ਰਿਦ ਕਰ ਪਰਗਾਸ, ਰਿਦ ਕਰ ਪਰਗਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਅਸੀਂ ਸ੍ਰੀ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਦੇ ਅਰਥ, ਉਚਾਰਨ ਤੇ ਵਿਸ਼ਰਾਮ ਪ੍ਰਮਾਣਾਂ ਸਹਿਤ ਸਰਵਣ ਕਰ ਰਹੇ ਹਾਂ। We are listening to Japji Sahib Path with meaning, pronunciation, punctuation and examples. So ਹੁਣ ਤੱਕ ਅਸੀਂ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਦੀਆਂ 26 ਪੌੜੀਆਂ ਦੇ ਅਰਥ, ਉਚਾਰਨ ਤੇ ਵਿਸ਼ਰਾਮ ਸਰਵਣ ਕੀਤੇ ਆ। ਸੋ ਗੁਰਬਾਣੀ ਨੂੰ ਸਮਝਣ ਵਾਸਤੇ ਵਿਦਵਾਨ ਪੁਰਸ਼ਾਂ ਨੇ 3 ਤਰ੍ਹਾਂ ਦੇ ਵਿਸ਼ਰਾਮ ਮੰਨੇ ਆ: ਅਲਪ ਵਿਸ਼ਰਾਮ, ਅਰਧ ਵਿਸ਼ਰਾਮ, ਪੂਰਨ ਵਿਸ਼ਰਾਮ। ਅਲਪ ਵਿਸ਼ਰਾਮ means a short pause. Ardha Vishram means a slightly longer pause. Then Alpa Vishram. And Purna Vishram, a full stop. ਇਸ ਤਰ੍ਹਾਂ ਦੇ 3 ਤਰ੍ਹਾਂ ਦੇ ਵਿਸ਼ਰਾਮ ਹੈ ਗੁਰਬਾਣੀ ਨੂੰ ਸਮਝਣ ਵਾਸਤੇ। ਜਿਹੜੇ ਅਸੀਂ ਗੁਰਬਾਣੀ ਦੇ ਅਰਥ ਕਰਦੇ ਹਾਂ, ਉਹ ਅਰਥ ਭਾਈ ਕਾਨ ਸਿੰਘ ਜੀ ਨਾਭਾ ਦੇ ਮਹਾਨ ਕੋਸ਼ ਦੇ ਅਨੁਸਾਰ, ਫਰੀਦਕੋਟ ਵਾਲੇ ਟੀਕੇ ਦੇ ਅਨੁਸਾਰ, ਤੇ ਅਮੀਰ ਭੰਡਾਰ ਜੋ ਉਹਨਾਂ ਨੇ ਸੰਤ ਕਿਰਪਾਲ ਸਿੰਘ ਜੀ ਦੀ ਸੰਸਥਾ ਨੇ ਅਮੀਰ ਭੰਡਾਰ ਜੋ ਗ੍ਰੰਥ ਲਿਖਿਆ ਹੈ ਉਸ ਦੇ ਮੁਤਾਬਿਕ। ਭਾਈ ਵੀਰ ਸਿੰਘ ਜੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਕੋਸ਼ ਤੇ ਰਾੜਾ ਸਾਹਿਬ ਸੰਪਰਦਾ ਵੱਲੋਂ ਜੋ ਐਪ ਪਾਈ ਗਈ ਨੈਟ ਦੇ ਉੱਪਰ, ਗੁਰਬਾਣੀ ਐਕਸਪਲੋਰਰ, ਈਸ਼ਰ ਮਾਈਕਰੋ ਮੀਡੀਆ ਅਤੇ ਹੋਰ ਵੀ ਕਈ ਥਾਵਾਂ ਤੋਂ ਸਾਰੇ ਤਰ੍ਹਾਂ ਦੇ ਅਰਥਾਂ ਨੂੰ ਪੜ੍ਹ ਕੇ ਫਿਰ ਜਿਹੜਾ ਗੁਰਮਤਿ ਦੀ, ਗੁਰਬਾਣੀ ਦੀ ਪਰਖ ਦੇ ਅਨੁਸਾਰ ਸਹੀ ਹਨ ਤੇ ਪੂਰੇ ਸਿੱਖ ਜਗਤ ਦੇ ਵਿੱਚ ਭਾਈ ਕਾਨ ਸਿੰਘ ਜੀ ਨਾਭਾ ਤੇ ਫਰੀਦਕੋਟ ਵਾਲਾ ਟੀਕਾ, ਇਹਨਾਂ 2 ਗ੍ਰੰਥਾਂ ਨੂੰ ਸਿੱਖ ਧਰਮ ਦੇ ਵਿੱਚ ਗੁਰਬਾਣੀ ਦੇ ਅਰਥਾਂ ਵਾਸਤੇ ਪਰਫੈਕਟ ਮੰਨਿਆ ਜਾਂਦਾ, ਸਹੀ ਮੰਨਿਆ ਜਾਂਦਾ। ਸੋ ਆਓ ਹੁਣ ਆਪਾਂ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਦੀ 27ਵੀਂ ਪੌੜੀ ਦੇ ਅਰਥ, ਉਚਾਰਨ ਤੇ ਵਿਸ਼ਰਾਮ ਸਰਵਣ ਕਰਦੇ ਹਾਂ। ਸੋ ਦਰ ਕੇਹਾ, ਸੋ ਘਰ ਕੇਹਾ, ਜਿਤ ਬਹੇ ਸਰਬ ਸੰਭਾਲੇ। ਇਹ 27ਵੀਂ ਪੌੜੀ ਹੈ। ਇਸ ਪੌੜੀ ਦੇ ਵਿੱਚ 3 ਵਿਸ਼ਰਾਮ ਆਉਂਦੇ ਆ, ਯਾਨੀ ਕਿ ਇਸ ਪੌੜੀ ਦੇ ਜੇ ਆਪਾਂ 2 ਪਾਰਟ ਕਰਦੇ ਆ, ਜਿਹਨੂੰ ਕਹਿੰਦੇ ਅੱਧ ਪੰਗਤੀ, ਇਸ ਪੰਗਤੀ ਦੇ ਵਿੱਚ 3 ਵਿਸ਼ਰਾਮ ਆਉਂਦੇ ਆ। ਇਸ ਪੰਗਤੀ ਦੇ ਜੇ ਆਪਾਂ ਅੱਧ ਕਰਾਂਗੇ, 2 ਪਾਰਟ ਕਰਾਂਗੇ ਕੇਹਾ ਤੱਕ, ਇੱਕ ਵਿਸ਼ਰਾਮ ਆਊਗਾ ਸੋ ਦਰ ਕੇਹਾ ਵਿਸ਼ਰਾਮ, ਸੋ ਦਰ ਕੇਹਾ, ਸੋ ਘਰ ਕੇਹਾ ਵਿਸ਼ਰਾਮ, ਜਿਤ ਬਹੇ ਵਿਸ਼ਰਾਮ, ਸਰਬ ਸੰਭਾਲੇ। ਸੋ ਇਹ ਜੋ ਪੰਗਤੀ ਹੈ, ਇਸ ਪੰਗਤੀ ਵਿੱਚ ਗੁਰੂ ਜੀ ਨੇ 4 ਗੱਲਾਂ ਕੀਤੀਆਂ, 4 ਵਰਡ ਯੂਜ਼ ਕੀਤੇ ਆ। ਸੋ ਇਸ ਤੋਂ ਪਹਿਲਾਂ ਆਪਾਂ ਇਹ ਬੇਨਤੀ ਕਰਦੇ ਹਾਂ ਕਿ ਇਹ ਜੋ ਪੌੜੀ ਹੈ ਜਪਜੀ ਸਾਹਿਬ ਜੀ ਦੇ ਵਿੱਚ 100 ਦਰ ਵਾਲੀ, ਸੋ ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ 3 ਵਾਰ ਆਉਂਦੀ ਹੈ। ਇਹ ਪੌੜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ 3 ਵਾਰ ਰਿਪੀਟ ਹੁੰਦੀ ਹੈ। ਸਭ ਤੋਂ ਤੇ 3 ਵਾਰੀ ਜਦੋਂ ਰਿਪੀਟ ਹੁੰਦੀ, 3 ਵਾਰੀ ਰਿਪੀਟ ਹੋਣ ਤੇ ਇਹਦਾ ਜਿਹੜਾ ਲਿਖਣ ਦਾ ਤਰੀਕਾ ਹੈ,
ਜਾਂ ਇਹਦੀ ਪ੍ਰੋਨਾਂਸੀਏਸ਼ਨ ਹੈ ਉਹ ਡਿਫਰੈਂਟ ਹੈ ਤਿੰਨੇ ਥਾਵਾਂ ਤੇ। ਉਚਾਰਨ ਹੈ ਜਿਹੜਾ ਇਸ ਦਾ ਤਰੀਕਾ ਜਿਹੜਾ, ਜਿਵੇਂ ਜਪਜੀ ਸਾਹਿਬ ਦੇ ਵਿੱਚ ਆਉਂਦੀ ਹੈ ਇੱਕ ਵਾਰ, ਫਿਰ ਅਸੀਂ ਸੋਦਰ ਰਹਿਰਾਸ ਸਾਹਿਬ ਜੀ ਦੇ ਵਿੱਚ ਇਸ ਪੌੜੀ ਨੂੰ ਪੜ੍ਹਦੇ ਹਾਂ। ਫਿਰ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਆਸਾ ਰਾਗ ਸ਼ੁਰੂ ਹੁੰਦਾ, ਉਦੋਂ ਆਸਾ ਰਾਗ ਦਾ ਇਹ ਪਹਿਲਾ ਸ਼ਬਦ ਹੈ, ਉਦੋਂ ਵੀ ਇਹ ਪੌੜੀ ਆਉਂਦੀ ਹੈ। ਆਸਾ ਰਾਗ ਦੇ ਪਹਿਲੇ ਸ਼ਬਦ ਦੇ ਵਿੱਚ ਇਸ ਨੂੰ ਲਿਖਿਆ ਗਿਆ ਹੈ। ਸੋ ਜਦੋਂ ਜਪਜੀ ਸਾਹਿਬ ਦੇ ਵਿੱਚ ਇਹ ਪੌੜੀ ਦਾ ਉਚਾਰਨ ਕੀਤਾ ਜਾਂਦਾ ਤੇ ਉਦੋਂ ਅਸੀਂ ਬੋਲਦੇ ਹਾਂ ਗਾਵਹਿ। ਸਾਰੀਆਂ ਥਾਵਾਂ ਤੇ ਪੂਰੀ ਪੌੜੀ 'ਚ ਗਾਵਹਿ ਸ਼ਬਦ ਦੀ ਵਰਤੋਂ ਕੀਤੀ ਗਈ ਹੈ। ਗਾਵਹਿ ਤੋਹਨੋ। ਇਸ ਤਰ੍ਹਾਂ ਜਦੋਂ ਅਸੀਂ ਰਹਿਰਾਸ ਸਾਹਿਬ ਜੀ ਦੇ ਵਿੱਚ ਇਸ ਪੌੜੀ ਨੂੰ ਪੜ੍ਹਦੇ ਹਾਂ ਤਾਂ ਉਦੋਂ ਗਾਵਨ ਸ਼ਬਦ ਵਰਤਿਆ ਗਿਆ। ਗਾਵੇ ਦੀ ਥਾਂ ਗਾਵਹਿ ਦੀ ਥਾਂ ਤੇ ਗਾਵਨ ਸ਼ਬਦ ਵਰਤਿਆ ਗਿਆ। ਗਾਵਨ ਤੁਧਨੋ, ਗਾਵੇ ਤੋਹਨੋਂ ਦੀ ਥਾਂ ਤੇ ਗਾਵਨ ਤੁਧਨੋਂ ਸ਼ਬਦ ਵਰਤਿਆ ਗਿਆ। ਫਿਰ ਉਹਦੇ ਵਿੱਚ ਜਪਜੀ ਸਾਹਿਬ ਦੇ ਵਿੱਚ ਸੁਰਗਾ, ਰਹਿਰਾਸ ਦੇ ਵਿੱਚ ਸੁਰਗ, ਇਸ ਤਰ੍ਹਾਂ। ਤਾਂ ਜਦੋਂ ਅੱਗੇ ਆਸਾ ਰਾਗ ਦੀ ਪ੍ਰਾਰੰਭਤਾ ਦੇ ਵਿੱਚ ਇਹ ਪੌੜੀ ਆਉਂਦੀ ਹੈ, ਉੱਥੋਂ ਗਾਵਨ ਜਿਹੜਾ ਹੈਗਾ, ਗਾਵਨ ਤਾਂ ਰਹਿਰਾਸ ਵਾਂਗੂ ਲਿਖਿਆ ਹੋਇਆ, ਬਟ ਉੱਥੇ ਨੰਨੇ ਦੇ ਪੈਰ ਦੇ ਵਿੱਚ ਹਲੰਤ ਲੱਗਿਆ ਹੋਇਆ। ਹਲੰਤ ਹੁੰਦਾ ਤਾਂ ਉਹ ਇੱਕ ਥੋੜੀ ਜਿਹੀ ਲਾਈਨ ਖਿੱਚੀ ਹੁੰਦੀ ਹੈ ਨੰਨੇ ਦੇ ਅੱਖਰ ਦੇ ਪੈਰ ਦੇ ਵਿੱਚ, ਉਹਨੂੰ ਹਲੰਤ ਕਹਿੰਦੇ ਆ। ਜਿਵੇਂ ਗੁਰਬਾਣੀ ਦੇ ਵਿੱਚ ਆਪਾਂ ਬਹੁਤ ਵਾਰੀ ਪੜ੍ਹਦੇ ਹਾਂ, ਔਖੀ ਘੜੀ ਨਾ ਦੇਖਣ ਦੀ ਜਿਤ ਬੈਸ, ਸੰਭਾਲੇ ਸ਼ਬਦ ਜਿਹੜਾ ਆਉਂਦਾ, ਸੰਭਾਲੇ, ਲੱਲੇ ਨੂੰ, ਲੱਲੇ ਦੇ ਪੈਰ 'ਚ ਹਲੰਤ ਲੱਗਿਆ ਹੁੰਦਾ, ਉਹਨੂੰ ਥੋੜਾ ਜਿਹਾ, ਉਹਦਾ ਮਤਲਬ ਹੁੰਦਾ ਵੀ ਥੋੜਾ ਜਿਹਾ ਜੰਪ ਮਾਰ ਕੇ ਬੋਲਣਾ ਹੁੰਦਾ, ਉਹ ਭਾਰਾ ਕਰਕੇ ਅੱਖਰ ਨੂੰ। ਸੋ ਉੱਥੇ ਨੰਨੇ ਦੇ ਪੈਰ 'ਚ ਹਲੰਤ ਲੱਗਿਆ, ਉੱਥੇ ਥੋੜਾ ਜਿਹਾ ਗਾਵਨ ਇਸ ਤਰ੍ਹਾਂ ਉਚਾਰਨ ਕਰਨਾ ਹੁੰਦਾ। ਉਹ ਜਦੋਂ ਅਸੀਂ ਕਿਸੇ ਸੰਪਰਦਾਇ ਸਿੰਘਾਂ ਦੇ ਕੋਲੋਂ ਸੰਥਿਆ ਲੈਂਦੇ ਹਾਂ ਨਾ, ਤਾਂ ਸੰਪਰਦਾਇ ਸਿੰਘਾਂ ਕੋਲੋਂ ਗੁਰਬਾਣੀ ਦਾ ਉਚਾਰਨ ਸਿੱਖਦੇ ਹਾਂ, ਉਹਨਾਂ ਦੇ ਕੋਲੇ ਬੈਠ ਕੇ, ਤੇ ਫਿਰ ਉਹ ਸਾਨੂੰ ਸਾਰੀਆਂ ਚੀਜ਼ਾਂ ਦੀ ਜਾਣਕਾਰੀ ਦਿੰਦੇ। ਜਿਵੇਂ ਸਾਨੂੰ ਨੋਰਮਲੀ ਕੰਨਾਂ, ਸਿਹਾਰੀ, ਬਿਹਾਰੀ, ਔਂਕੜ, ਦਲੈਂਕੜੇ, ਲਾਵਾਂ, ਦੋ ਲਾਵਾਂ, ਬਿੰਦੀ, ਟਿੱਪੀ ਦੀ ਹੀ ਜਾਣਕਾਰੀ ਹੁੰਦੀ ਜ਼ਿਆਦਾ, ਪਰ ਇਹ ਤੋਂ ਪਲੱਸ ਗੁਰਬਾਣੀ ਦੇ ਵਿੱਚ 2-3 ਅੱਖਰ ਹੋਰ ਵਰਤੇ ਜਾਂਦੇ। ਜਿਵੇਂ ਹਲੰਤ ਹੁੰਦਾ, ਹਲੰਤ ਦਾ ਆਪਾਂ ਨੂੰ ਜ਼ਿਆਦਾ ਪਤਾ ਨਹੀਂ ਹੁੰਦਾ ਗਾ, ਪਰ ਜਦੋਂ ਅਸੀਂ ਗੁਰਮਤਿ ਦੇ ਵਿੱਚ ਆਉਣੇ ਆ ਉਦੋਂ ਸਾਨੂੰ ਹਲੰਤ ਦਾ ਪਤਾ ਲੱਗਦਾ ਵੀ ਹਲੰਤ ਵੀ ਕੋਈ ਮਾਤਰਾ ਮੁਹਾਰਨੀ ਹੈਗੀ ਆ। ਤਾਂ ਇੱਕ ਗੁਰਬਾਣੀ ਦੇ ਵਿੱਚ ਵਿਸਰਗ ਵਰਤੀ ਗਈ ਹੈ। ਵਿਸਰਗ, ਇਹ ਜਿਹੜਾ ਵਿਸਰਗ ਹੁੰਦਾ ਉਹ ਵੀ ਮੁਹਾਰ ਨਹੀਂ ਹੁੰਦੀ, ਮਾਤਰਾ ਹੁੰਦੀ ਇੱਕ ਹਿਸਾਬ ਦੀ। ਜਿਵੇਂ ਬਹੁਤ ਵਾਰੀ ਵਰਤਿਆ ਗਿਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਮੰਮਾ ਪਾ ਕੇ ਫਿਰ ਮੰਮੇ ਦੇ ਨਾਲ 2 ਬਿੰਦੀਆਂ ਲਾਈਆਂ ਜਾਂਦੀਆਂ ਤੇ ਫਿਰ ਅੱਗੇ ਲਿਖਿਆ ਹੁੰਦਾ ਇੱਕ, ਅਸੀਂ ਉਹਨੂੰ ਬੋਲ ਦਿੰਦੇ ਮਹੱਲਾ ਪਹਿਲਾ। ਓਕੇ, ਮੰਮਾ ਹਾ ਲੱਲਾ ਨਹੀਂ ਲਿਖਿਆ ਹੁੰਦਾ, ਮੰਮਾ ਕੱਲਾ ਲਾ ਕੇ 2 ਬਿੰਦੀਆਂ ਨਾਲ ਲੱਗੀਆਂ ਹੁੰਦੀਆਂ, ਫਿਰ ਇੱਕ ਲਿਖਿਆ ਹੁੰਦਾ, ਉਹਦਾ ਬੋਲਦੇ ਸੀ ਮਹੱਲਾ ਪਹਿਲਾ। ਯਾਨੀ ਕਿ ਤੇ ਹਾ ਤੇ ਲੱਲਾ ਉਹ ਵਿਸਰਗ 2 ਅੱਖਰ ਬੋਲਦੇ ਆ, ਉਹ ਵਿਸਰਗ 2 ਬਿੰਦੀਆਂ, ਉਹਨੂੰ ਵਿਸਰਗ ਕਹਿੰਦੇ ਆ, ਉਹਦੇ 2 ਅੱਖਰ ਬਣ ਜਾਂਦੇ ਆ, ਮਹੱਲਾ। ਕਰੈਕਟ। ਇਸੇ ਤਰ੍ਹਾਂ ਜਦੋਂ ਅਸੀਂ ਸੰਸਕ੍ਰਿਤ ਦੀ ਬਾਣੀ ਪੜ੍ਹਦੇ, ਸੰਸਕ੍ਰਿਤ ਦੇ ਅੰਤ ਦੇ ਵਿੱਚ ਤਾਂ ਦ੍ਰਿੜੰਤਨ ਹੈ, ਇਸ ਤਰ੍ਹਾਂ ਕਰਕੇ ਸ਼ਬਦ ਉੱਥੇ ਵਿਸਰਗਾਂ 3 ਥਾਂ ਤੇ ਵਿਸਰਗ ਯੂਜ ਕੀਤੀ ਗਈ ਹੈ। ਉੱਥੇ ਹਾਹੇ ਦੀ ਸੌਣ ਦਿੱਤੀ, ਹਾਹਾ ਲੱਗਿਆ ਨਹੀਂ ਹੈ, ਬਟ 2 ਬਿੰਦੀਆਂ ਉਹ ਵਿਸਰਗ ਲੱਗੀ ਹੋਈ ਹੈ, ਉੱਥੇ ਹਾਹੇ ਦੀ ਸੌਣ ਦੇਣੀ ਹੁੰਦੀ ਹੈ। ਸੋ ਆਓ ਆਪਾਂ ਆਪਣੇ ਮੈਟਰ ਦੇ ਵਿੱਚ ਆਈਏ। ਸੋ ਇਹ ਜਿਹੜਾ ਆਪਾਂ ਪੌੜੀ ਪੜ੍ਹ ਰਹੇ ਹਾਂ 27ਵੀਂ, ਇਹ ਪਹਿਲੀ ਪੰਗਤੀ ਆ, ਤਾਂ ਅਸੀਂ ਤਕਰੀਬਨ ਬੋਲਣ ਵਿੱਚ ਬੋਲ ਦਿੰਦੇ ਹਾਂ ਸੋਦਰ, ਸੋਦਰ ਕਿਹਾ ਸੋ ਘਰ ਕਿਹਾ, ਸੋਦਰ ਕਿਹਾ ਸੋ ਘਰ ਕਿਹਾ। ਇਹ ਨਾ ਜਦੋਂ ਪ੍ਰੋਨਾਊਨ ਕਰਨ ਲੱਗਿਆ ਇੱਦਾਂ ਲੱਗਦਾ ਵੀ ਸੋਦਰ ਜਿਹੜਾ ਸੱਸਾ ਦੱਦਾ ਰਾਰਾ ਇਕੱਠਾ ਹੀ ਲਿਖਿਆ ਹੋਣਾ, ਸੋ ਘਰ ਕਿਹਾ ਤੇ ਸੱਸਾ ਘੱਗਾ ਰਾਰਾ ਇਕੱਠੇ ਲਿਖੇ ਹੋਣੇ ਆ। ਇਹ ਜਦੋਂ ਐਂ ਬੋਲਦੇ ਨਾ ਸੋਦਰ ਕਿਹਾ ਸੋ ਘਰ ਕਿਹਾ, ਇਹ ਇੱਦਾਂ ਲੱਗਦਾ ਵੀ ਇਕੱਠੇ ਆ, ਬਟ ਇਹਨਾਂ ਦੇ ਵਿੱਚ ਸਪੇਸ ਹੈਗੀ ਆ। ਸੱਸੇ ਹੋੜਾ ਸਪੇਸ ਫਿਰ ਦੱਦਾ ਰਾਰਾ। ਸੋ ਇਹਨੂੰ ਅਸੀਂ ਸੋ ਨੂੰ ਥੋੜੀ ਜਿਹੀ ਲੌਂਗ ਸਾਊਂਡ ਦੇਵਾਂਗੇ, ਸੋ ਦਰ, ਸੋ ਦਰ ਐਂ ਬੋਲਾਂਗੇ, ਸੋ ਦਰ ਕਿਹਾ, ਸੋ ਘਰ ਕਿਹਾ, ਐਂ ਬੋਲਣਾ ਅਸੀਂ। ਵਿਸ਼ਰਾਮ ਕਿਹਾ ਤੇ ਵੀ ਆ, ਸੋ ਦਰ ਕਿਹਾ ਵਿਸ਼ਰਾਮ, ਸੋ ਘਰ ਕਿਹਾ
ਵਿਸ਼ਰਾਮ। ਜਿਤ ਬਹੇ ਵਿਸ਼ਰਾਮ, ਸਰਬ ਸੰਭਾਲੇ। ਸੋ ਇਹਨੂੰ ਸੋ ਦਰ ਸੋ ਘਰ, ਸੋ ਦਰ ਸੋ ਘਰ ਐਂ ਬੋਲਣਾ। ਫਿਰ ਅੱਗੇ ਜਿਹੜਾ ਹੈਗਾ ਸੰਭਾਲੇ ਸ਼ਬਦ ਹੈ, ਸੱਸਾ ਮੰਮਾ, ਸੱਸਾ ਮੰਮੇ ਕੰਨਾ ਲੱਲੇ ਲਾਵਾਂ। ਸੋ ਆਪਾਂ ਪਿਛਲੀ ਪੌੜੀ ਦੇ ਵਿੱਚ ਵੀ ਇਦਾਂ ਹੀ ਪੜ੍ਹਿਆ ਸੀ ਵੀ ਜਿਸ ਤਰ੍ਹਾਂ ਸੰਭਾਲੇ ਬੋਲਣਾ, ਇਹਨੂੰ ਸੰਭਾਲੇ ਨਹੀਂ ਬੋਲਣਾ, ਠੀਕ ਹੈ ਨਾ। ਸੰਭਾਲੇ ਬੋਲਣਾ ਨਹੀਂ ਬੋਲਣਾ, ਸੰਭਾਲੇ ਬੋਲਣਾ। ਸੋ ਇਹਦਾ ਅਰਥ ਤੁਹਾਨੂੰ ਆਪਾਂ ਪੜ੍ਹ ਕੇ ਸੁਣਾਉਣਾ। ਪਹਿਲਾਂ ਜਿਹੜੀ ਪੰਕਤੀ ਹੈ ਇਹਨੂੰ ਚੰਗੀ ਤਰ੍ਹਾਂ ਪ੍ਰਣਾਉਨ ਕਰ ਲਈਏ ਆਪਾਂ। ਸੋ ਦਰ ਕੇਹਾ ਸੋ ਘਰ ਕੇਹਾ, ਜਿਤ ਬਹੇ ਸਰਬ ਸੰਭਾਲੇ। ਬਹੇ ਬੋਲਣਾ, ਬਹੇ, ਬਹਿ ਨਹੀਂ ਬੋਲਣਾ। ਜਿਤ ਬਹਿ ਸਰਬ ਸੰਭਾਲੇ, ਬਹਿ ਰੋਂਗ ਉਚਾਰਨ ਹੈ ਇਹਦਾ, ਠੀਕ ਹੈ। ਸਹੀ ਕਰੈਕਟ ਉਚਾਰਨ ਹੈਗਾ ਜਿਤ ਬਹੇ, ਬੱਬਾ ਹਾਹੇ ਸਿਹਾਰੀ ਬਹੇ। ਜਿਹੜੀ ਸਿਹਾਰੀ ਆ ਹਮੇਸ਼ਾ ਹੇ ਦੀ ਸਾਊਂਡ ਦਿੰਦੀ ਆ, ਓਕੇ। ਸੋ ਇਸ ਤਰ੍ਹਾਂ ਸੋ ਦਰ ਕੇਹਾ ਸੋ ਘਰ ਕੇਹਾ, ਜਿਤ ਬਹੇ ਸਰਬ ਸੰਭਾਲੇ। ਸੰਭਾਲੇ, ਸੰਭਾਲੇ ਬੋਲਣਾ। ਸੋ ਇਹਦਾ ਅਰਥ ਆਪਾਂ ਹੁਣ ਪੜਾਂਗੇ ਵੀ ਜਿਸ ਤਰ੍ਹਾਂ ਇਹ ਵਿਆਕਰਨ ਅਨੁਸਾਰ, ਜਿਵੇਂ ਅਸੀਂ ਨਾ ਪਿੱਛੇ ਤੁਲ ਦਾ ਅਰਥ ਤੱਕੜੀ ਕੀਤਾ ਸੀ ਤੇ ਪ੍ਰਵਾਨ ਦਾ ਅਰਥ ਵੱਟੇ ਕੀਤਾ ਸੀਗਾ। ਵੈਸੇ ਗੁਰਬਾਣੀ ਵਿੱਚ ਕਈ ਥਾਵਾਂ ਉੱਤੇ ਪ੍ਰਵਾਨ ਦਾ ਅਰਥ ਕਬੂਲ ਹੈ ਜਾਂ ਮਨਜ਼ੂਰ ਕੀਤਾ ਜਾਂਦਾ ਹੈ, ਪਰ ਉੱਥੇ ਪੰਕਤੀ 'ਚ ਫਿਰ ਪ੍ਰਵਾਨ ਦਾ ਅਰਥ ਵੱਟੇ ਕੀਤਾ ਗਿਆ ਗ੍ਰਾਮਰ ਦੇ ਅਨੁਸਾਰ। ਉਸੇ ਤਰ੍ਹਾਂ ਹੀ ਅਸੀਂ ਜਿਹੜਾ ਇੱਥੇ ਸਰਬ ਸੰਭਾਲੇ ਲਿਖਿਆ ਹੋਇਆ ਨਾ, ਇਹ ਸੰਭਾਲੇ ਜਿਹੜਾ ਲਿਖਿਆ ਹੋਇਆ ਇਹਨੂੰ ਸੰਭਾਲੇ ਬੋਲਾਂਗੇ। ਸੰਭਾਲੇ, ਮੰਮੇ ਨੂੰ ਥੋੜਾ ਜਿਹਾ ਭਾਰਾ ਕਰਕੇ ਤੇ ਲੱਲੇ ਨੂੰ ਬੋਲਣਾ ਸੰਭਾਲੇ, ਜੰਪ ਦੇ ਕੇ ਬੋਲਣਾ। ਸੰਭਾਲੇ ਦਾ ਅਰਥ ਹੁੰਦਾ ਸੰਭਾਲ, ਇਹਦਾ ਸੰਭਾਲ ਅਰਥ ਬਣਦਾ ਹੈ ਤੇ ਇਹਦਾ ਅਸੀਂ ਉਚਾਰਨ ਕਰਾਂਗੇ ਸੰਭਾਲੇ। ਸੋ ਕਿਸੇ ਵੀ ਸ਼ਬਦ ਦਾ ਜਿਹੜਾ ਅਰਥ ਕਰਨ ਲੱਗਿਆ ਸ਼ਬਦ ਦੇ ਸਿਧਾਂਤ ਨੂੰ ਧਿਆਨ ਵਿੱਚ ਰੱਖਿਆ ਜਾਂਦਾ ਹੈ, ਓਕੇ। ਸੋ ਜਿਵੇਂ ਅਸੀਂ ਪੜ੍ਹਦੇ ਹਾਂ, ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਤੂੰ ਸਦਾ ਰਹੋ ਹਰ ਨਾਲੇ। ਇਸੇ ਤਰ੍ਹਾਂ ਆਪਾਂ ਪਿੱਛੇ ਵੀ ਅਰਥ ਕੀਤਾ ਸੀ ਵੀ ਇੱਥੇ ਹਰ ਨਾਲੇ ਦਾ ਮਤਲਬ ਹੋ ਗਿਆ ਹਰੀ ਦੇ ਨਾਲ। ਫਿਰ ਅੱਗੇ ਪੜ੍ਹਦੇ ਹਾਂ ਆਪਾਂ 68 ਤੀਰਥ ਨਾਲੇ, ਉੱਥੇ ਵੀ ਨੰਨੇ ਕੰਨਾ ਲੱਲੇ ਲਾਵਾਂ ਲੱਗੀ ਹੋਈ ਹੈ ਤੇ ਤੀਰਥ ਨਾਲੇ ਦੇ ਨਾਲ ਵੀ ਨੰਨੇ ਕੰਨਾ ਲੱਲੇ ਲਾਵਾਂ ਲੱਗੀ ਹੋਈ ਹੈ, ਬਟ ਇਹਦਾ ਉਚਾਰਨ ਡਿਫਰੈਂਟ ਹੈ। ਹਰ ਨਾਲੇ ਬੋਲਾਂਗੇ ਤੇ ਇੱਥੇ ਬੋਲਾਂਗੇ ਤੀਰਥ ਨਾਲੇ, ਹਨਾ, ਇਸ ਤਰ੍ਹਾਂ ਬੋਲਣਾ ਅਸੀਂ। ਸੋ ਇਸ ਦਾ ਜਿਹੜਾ ਅਰਥ ਬਣਦਾ ਹੈ ਕਿ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ, ਵਾਹਿਗੁਰੂ ਦੇ ਘਰ ਨੂੰ ਕਥਨ ਕਰਨ ਵਾਸਤੇ ਕੁਝ ਨਹੀਂ ਕਿਹਾ ਜਾਂਦਾ। ਜਿਵੇਂ ਸੋ ਦਰ ਕੇਹਾ, ਸੋ ਦਰ ਕੇਹਾ, ਦਰ ਮੀਨਸ ਦਰਵਾਜ਼ਾ, ਕੇਹਾ ਦਾ ਮਤਲਬ ਕਿਹੋ ਜਿਹਾ ਹੋ ਗਿਆ, ਸੋ ਦਾ ਮਤਲਬ ਹੋ ਗਿਆ ਉਹ, ਸੋ ਮੀਨਸ ਉਹ, ਦਰ ਮੀਨਸ ਦਰਵਾਜ਼ਾ, ਕੇਹਾ ਮੀਨਸ ਕਿਹੋ ਜਿਹਾ, ਹੈ ਨਾ। ਤੇ ਇੱਥੇ ਦੇਖੋ ਗੁਰੂ ਜੀ ਕਹਿੰਦੇ ਉਹ ਦਰਵਾਜ਼ਾ ਕਿਹੋ ਜਿਹਾ ਹੈ। ਸੋ ਘਰ ਕੇਹਾ, ਸੋ ਮੀਨਸ ਉਹ, ਘਰ ਮੀਨਸ ਘਰ, ਤੇ ਫਿਰ ਅੱਗੇ ਆ ਗਿਆ ਕੇਹਾ ਮੀਨਸ ਕਿਹੋ ਜਿਹਾ, ਹੈ ਨਾ। ਉਹ ਘਰ ਕਿਹੋ ਜਿਹਾ ਹੈ। ਜਿਤ ਬਹੇ ਸਰਬ ਸੰਭਾਲੇ, ਜਿਸ ਵਿੱਚ ਬੈਠ ਕੇ, ਜਿਤ ਬਹੇ ਮਤਲਬ ਜਿਸ ਵਿੱਚ ਬੈਠ ਕੇ ਵਾਹਿਗੁਰੂ ਸਾਰਿਆਂ ਦੀ ਸੰਭਾਲ ਕਰਦਾ ਹੈ। ਹੁਣ ਸਮਾਲੇ ਜੇ ਬੋਲਾਂਗੇ ਨਾ, ਸਮਾਲੇ ਦਾ ਅਰਥ ਬਣਦਾ ਸਮਾ ਜਾਣਾ, ਲੀਨ ਹੋ ਜਾਣਾ, ਬਟ ਹੁਣ ਇਹਨੂੰ ਸਮਾਲੇ ਨਹੀਂ ਬੋਲਣਾ, ਆਪਾਂ ਸੰਭਾਲੇ ਬੋਲਾਂਗੇ। ਸੰਭਾਲੇ, ਮੰਮੇ ਨੂੰ ਥੋੜਾ ਜਿਹਾ ਭਾਰਾ ਕਰਕੇ ਬੋਲਣਾ। ਸੰਭਾਲੇ ਦਾ ਅਰਥ ਬਣ ਜੂ ਸੰਭਾਲ ਕਰਨਾ, ਦੇਖ ਰੇਖ ਕਰਨੀ, ਕੇਅਰ ਕਰਨੀ, ਕਰੈਕਟ। ਸੋ ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਕਹਿੰਦੇ ਵੀ ਉਹ ਦਰਵਾਜ਼ਾ ਕਿਹੋ ਜਿਹਾ ਹੈ, ਉਹ ਘਰ ਕਿਹੋ ਜਿਹਾ ਹੈ, ਜਿਸ ਵਿੱਚ ਬੈਠ ਕੇ ਵਾਹਿਗੁਰੂ ਸਾਰਿਆਂ ਦੀ ਸੰਭਾਲ ਕਰਦਾ। ਤੇ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਵਾਹਿਗੁਰੂ ਦੇ ਦਰ ਨੂੰ ਕਥਨ ਕਰਨ ਵਾਸਤੇ ਕੁਝ ਵੀ ਨਹੀਂ ਕਿਹਾ ਜਾ ਸਕਦਾ। ਹੁਣ ਅਗਲੀਆਂ ਪੰਕਤੀਆਂ ਪ੍ਰਥਾਏ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਵਿਚਾਰ ਇਸ ਪ੍ਰਕਾਰ ਹੈ। ਗੁਰੂ ਜੀ ਕਹਿੰਦੇ ਹਨ ਕਿ ਉਹ ਵਾਹਿਗੁਰੂ ਦੇ ਘਰ ਨੂੰ ਕਥਨ ਕਰਨ ਵਾਸਤੇ ਕੁਝ ਵੀ ਨਹੀਂ ਕਿਹਾ ਜਾ ਸਕਦਾ, ਪਰ ਮੈਂ ਆਪਣੇ ਸਿੱਖਾਂ ਸੇਵਕਾਂ ਨੂੰ ਸਮਝਾਉਣ ਵਾਸਤੇ
ਕੁਝ ਉਦਾਹਰਣ ਦੇ ਕੇ ਦੱਸਾਂਗਾ, ਕੁਝ ਐਗਜ਼ਾਮਪਲਸ ਦੇ ਕੇ ਦੱਸਾਂਗਾ, ਪਰ ਅਸਲ ਵਿੱਚ ਤਾਂ ਇਹ ਆਤਮਾ ਦੇ ਅਭਿਆਸੀ ਤਰੀਕੇ ਨਾਲ ਹੀ ਸਮਝਿਆ ਜਾ ਸਕਦਾ। ਜਿਹੜੇ ਬੰਦੇ ਆਤਮਕ ਅਭਿਆਸ ਕਰਦੇ ਆ ਨਾ, ਉਹ ਇਹਨਾਂ ਨੂੰ ਚੰਗੀ ਤਰ੍ਹਾਂ ਸਮਝ ਲੈਂਦੇ ਆ। ਸੋ ਉਸ ਦੇ ਮੁਤਾਬਕ ਹੀ ਆਤਮਕ ਅਭਿਆਸੀਆਂ ਨੇ, ਵਿਦਵਾਨ ਪੁਰਸ਼ਾਂ ਨੇ ਗੁਰੂ ਨਾਨਕ ਦੇਵ ਜੀ ਦੇ ਅਗਲੀਆਂ ਪੰਕਤੀਆਂ ਵਿੱਚ ਕਹਿਣ ਦੇ ਭਾਵ ਨੂੰ ਸਾਨੂੰ ਸਮਝਾ ਕੇ ਦੱਸਿਆ। ਉੱਤੇ ਤਾਂ ਇੱਕ ਲਾਈਨ ਦੱਸੀ ਵੀ ਰੱਬ ਦੇ ਘਰ ਦੀ ਗੱਲ ਕੀਤੀ, ਉਹ ਘਰ ਕਿਹੋ ਜਿਹਾ, ਉਹ ਦਰਵਾਜ਼ਾ ਕਿਹੋ ਜਿਹਾ ਜਿੱਥੇ ਬੈਠ ਕੇ ਵਾਹਿਗੁਰੂ ਸਾਰਿਆਂ ਦੀ ਸੰਭਾਲ ਕਰਦਾ। ਹੁਣ ਗੁਰੂ ਜੀ ਅੱਗੇ ਦੱਸਦੇ ਆ ਕਿ ਮੈਂ ਉਹਦੇ ਬਾਰੇ ਕੁਝ ਕਹਿ ਤਾਂ ਨਹੀਂ ਸਕਦਾ, ਜ਼ਿਆਦਾ ਕਥਨ ਨਹੀਂ ਕਰ ਸਕਦਾ, ਪਰ ਆਪਣੇ ਸਿੱਖਾਂ ਸੇਵਕਾਂ ਨੂੰ ਸਮਝਾਉਣ ਵਾਸਤੇ ਥੋੜ੍ਹੀਆਂ ਜਿਹੀਆਂ ਦੁਨਿਆਵੀ ਐਗਜ਼ਾਮਪਲਸ ਦੇ ਕੇ ਸਮਝਾਵਾਂਗਾ, ਦੱਸਾਂਗਾ। ਸੋ ਅਗਲੀਆਂ ਪੰਕਤੀਆਂ ਵਿੱਚ ਗੁਰੂ ਜੀ ਇਸ ਪ੍ਰਕਾਰ ਕਹਿੰਦੇ ਹਨ। ਤਾਂ ਗੁਰੂ ਜੀ ਇਹੋ ਗੱਲ ਸਮਝਾਉਂਦੇ ਕਿ ਮੈਂ ਪ੍ਰਮਾਤਮਾ ਅੱਗੇ ਪਹਿਲਾਂ ਪ੍ਰਾਰਥਨਾ ਕਰਦਾ ਹਾਂ, ਹੇ ਵਾਹਿਗੁਰੂ, ਉਹ ਤੇਰਾ ਦਰਵਾਜ਼ਾ ਸੱਚਾ ਹੈ ਜਿਸ ਦੀ ਪੂਰਾ ਬ੍ਰਹਿਮੰਡ ਪ੍ਰਸ਼ੰਸਾ ਕਰਦਾ ਹੈ, ਜਿਸ ਦਰਵਾਜ਼ੇ ਵਾਲੇ ਘਰ ਵਿੱਚ ਬੈਠ ਕੇ ਤੁਸੀਂ ਸਾਰੀ ਸ੍ਰਿਸ਼ਟੀ ਦਾ ਖਿਆਲ ਰੱਖਦੇ ਹੋ। ਸੋ ਅਗਲੀ ਪੰਕਤੀ ਪੜ੍ਹਦੇ ਜੀ ਆਪਾਂ। ਵਾਜੇ ਨਾਦ ਅਨੇਕ ਅਸੰਖਾ ਕੀਤੇ ਵਾਵਣ ਹਾਰੇ। ਅਸੰਖਾ ਤੇ ਵਿਸ਼ਰਾਮ ਆਊਗਾ, ਇੱਕੋ ਹੀ ਵਿਸ਼ਰਾਮ ਹੈ ਇਸ ਪੰਕਤੀ ਵਿੱਚ। ਵਾਜੇ ਨਾਦ ਅਨੇਕ ਅਸੰਖਾ ਵਿਸ਼ਰਾਮ ਕੀਤੇ ਵਾਵਣ ਹਾਰੇ। ਇਸ ਤਰ੍ਹਾਂ ਉਚਾਰਨ ਸਹੀ ਆ। ਇਸ ਦਾ ਅਰਥ ਹੈ ਵੀ ਅਸੀਂ ਤੇਰੀ ਉਸਤਤ ਵਿੱਚ ਅਨੇਕਾਂ ਤਰ੍ਹਾਂ ਦੇ ਸਾਜ਼ ਗੂੰਜਦੇ ਹਨ। ਹੇ ਵਾਹਿਗੁਰੂ, ਤੇਰੀ ਉਸਤਤ ਦੇ ਵਿੱਚ ਅਨੇਕਾਂ ਤਰ੍ਹਾਂ ਦੇ ਸਾਜ਼ ਗੂੰਜਦੇ ਹਨ। ਵਾਜੇ ਨਾਦ ਅਨੇਕ, ਅਨੇਕ ਮਤਲਬ ਅਨੇਕਾਂ ਤਰ੍ਹਾਂ ਦੇ ਵਾਜੇ ਤੇ ਹੋਰ ਸਾਜ਼, ਸੰਖ ਅਨੇਕਾਂ ਗਿਣਤੀ ਤੋਂ ਬਾਹਰ, ਅਸੰਖ ਮਤਲਬ ਗਿਣਤੀ ਤੋਂ ਬਾਹਰ, ਤੋ ਵਾਜੇ ਨਾਦ ਹੋਰ ਤਰ੍ਹਾਂ ਦੇ ਸਾਜ਼ ਗੂੰਜਦੇ ਹਨ। ਕੀਤੇ ਵਾਵਣਹਾਰ ਦਾ ਮਤਲਬ ਹੋ ਗਿਆ ਅਨੇਕਾਂ ਸੰਖ ਤੇ ਨਾਦ ਵੱਜਦੇ ਹਨ ਤੇ ਕਈ ਉਹਨਾਂ ਨੂੰ ਵਜਾਉਣ ਵਾਲੇ ਹਨ। ਕੀਤੇ ਵਾਵਣਹਾਰੇ, ਵਾਵਣਹਾਰੇ ਮਤਲਬ ਵਜਾਉਣ ਵਾਲੇ, ਕਿੰਨੇ ਹੀ ਉਹਨਾਂ ਨੂੰ ਵਜਾਉਣ ਵਾਲੇ ਹਨ, ਕਿੰਨੇ ਹੀ ਸਾਜ਼ ਉੱਥੇ ਤੇਰੇ ਦਰਵਾਜ਼ੇ ਅੱਗੇ ਤੇਰੇ ਘਰ ਦੇ ਵਿੱਚ ਗੂੰਜਦੇ ਹਨ। ਕੀਤੇ ਰਾਗ ਪਰੀ ਸਿਓ ਕਹੀਅਨ, ਕੀਤੇ ਗਾਵਣਹਾਰੇ। ਕਹੀਅਨ ਤੇ ਵਿਸ਼ਰਾਮ ਹੈ, ਕਹੀਅਨ ਤੇ ਵਿਸ਼ਰਾਮ ਆਊਗਾ, ਇੱਕੋ ਹੀ ਵਿਸ਼ਰਾਮ ਹੈ। ਕੀਤੇ ਰਾਗ ਪਰੀ ਸਿਓ ਕਹੀਅਨ, ਕੀਤੇ ਗਾਵਣਹਾਰੇ। ਕਹੀਅਨ ਤੇ ਵਿਸ਼ਰਾਮ ਹੈ। ਕਿ ਇਸ ਪੰਕਤੀ ਦਾ ਅਰਥ ਹੈ ਕਿੰਨੇ ਹੀ ਰਾਗ ਆਪਣੀਆਂ ਪਤਨੀਆਂ ਤੇ ਪਰੀਆਂ ਸਮੇਤ ਤੈਨੂੰ ਕਹਿੰਦੇ ਹਨ, ਕਿੰਨੇ ਹੀ ਗਾਉਂਦੇ ਹਨ। ਕੀਤੇ ਰਾਗ ਪਰੀ ਸਿਓ ਕਹੀਅਨ, ਕਿੰਨੇ ਹੀ ਰਾਗ। ਪਰੀ, ਇੱਥੇ ਪਰੀ ਦਾ ਅਰਥ ਬਣੂਗਾ ਪਰੀਆਂ ਤੇ ਆਪਣੀਆਂ ਪਤਨੀਆਂ ਸਮੇਤ। ਕਿੰਨੇ ਹੀ ਰਾਗ ਆਪਣੀਆਂ ਪਤਨੀਆਂ ਸਮੇਤ, ਸਿਉ ਮਤਲਬ ਵਿਦ ਸਮੇਤ ਕਹਿੰਦੇ ਹਨ ਤੇ ਕਿੰਨੇ ਹੀ ਗਾਉਣ ਵਾਲੇ ਹਨ। ਗਾਵੇ ਤੁਹਾਨੂੰ ਪੌਣ ਪਾਣੀ ਬੈਸੰਤਰ, ਗਾਵੇ ਰਾਜਾ ਧਰਮ ਦੁਆਰੀ। ਇਸ ਪੰਕਤੀ ਵਿੱਚ ਦੋ ਵਿਸ਼ਰਾਮ ਹੈ। ਗਾਵੇ ਤੁਹਾਨੂੰ ਵਿਸ਼ਰਾਮ, ਪੌਣ ਪਾਣੀ ਬੈਸੰਤਰ ਵਿਸ਼ਰਾਮ, ਗਾਵੇ ਰਾਜਾ ਧਰਮ ਦੁਆਰੀ। ਇਹ ਜਿਹੜੇ ਵਿਸ਼ਰਾਮ ਲਾਉਂਦੇ ਆ ਆਪਾਂ, ਇਹਦੇ 'ਚ ਥੋੜ੍ਹਾ ਥੋੜ੍ਹਾ ਰੁਕਣਾ ਹੁੰਦਾ, ਪੂਰਾ ਨਹੀਂ ਰੁਕਣਾ ਹੁੰਦਾ। ਉਹ ਸਿਰਫ ਸਿਖਾਉਣ ਵਾਸਤੇ ਜਾਂ ਸਿੱਖਣ ਵਾਸਤੇ ਅਸੀਂ ਥੋੜ੍ਹਾ ਜਿਹਾ ਸਲੋ ਚੱਲਦੇ ਹਾਂ, ਲੌਂਗ ਸਾਊਂਡ ਦਿੰਦੇ ਹਾਂ। ਸੋ ਇਹਨੂੰ ਗਾਵ ਹੈ ਤੁਹਾਨੂੰ ਨਹੀਂ ਕਹਿਣਾ, ਗਾਵ ਹੈ ਨਹੀਂ ਕਹਿਣਾ। ਹੁਣ ਸਾਰੇ ਰਹਿਰਾ ਜਿਹੜਾ ਪੌੜੀ ਇਹਦੇ ਵਿੱਚ ਗਾਵ ਹੈ ਸ਼ਬਦ ਆਊਗਾ, ਤੇ ਇੱਥੇ ਅਸੀਂ ਸੁਣਦੇ ਹਾਂ ਵੀ ਬਹੁਤ ਸਾਰੇ ਲੋਕ ਐਂ ਪੜ੍ਹਦੇ, ਗਾਵ ਹੈ ਤੁਹਾਨੂੰ ਪੌਣ ਪਾਣੀ ਬੈਸੰਤਰ, ਗਾਵ ਹੈ ਚਿੱਤ ਗੁਪਤ ਲਿਖ ਜਾਣਨ, ਗਾਵ ਹੈ ਈਸ਼ਰ, ਗਾਵ ਹੈ ਈਸ਼ਰ ਬਰਮਾ। ਇਹ ਗਾਵ ਹੈ ਹੀ ਬੋਲਦੇ ਆ ਸਾਰੇ, ਪਰ ਹਾਹੇ ਸਿਹਾਰੀ ਜਿਹੜੀ ਹੈ ਉਹਨੂੰ ਹੇ ਬੋਲਣਾ ਹੁੰਦਾ, ਕਿਉਂਕਿ ਕੋਈ ਕੱਕੇ ਹੋੜਾ ਈਰੀ ਸਿਹਾਰੀ ਕੋਏ, ਸਸੇ ਹੋੜਾ ਈਰੀ ਸਿਹਾਰੀ ਸੋਏ, ਹਾਹੇ ਹੋੜਾ ਈਰੀ ਸਿਹਾਰੀ ਹੋਏ। ਇਹ ਜਿਹੜੀ ਸਿਹਾਰੀ ਹੈ ਏ ਦੀ ਆਵਾਜ਼ ਦਿੰਦੀ ਹੈ, ਏ ਦੀ। ਕਿਤੇ ਵੀ ਸਿਹਾਰੀ ਹੈ ਦੀ ਆਵਾਜ਼ ਨਹੀਂ ਦੇਊਗੀ ਪੂਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਤਾਂ ਉਂਝ ਵੀ ਆਪਾਂ ਨੋਰਮਲ ਪੰਜਾਬੀ ਦੇ ਵਿੱਚ ਵੀ ਪੜ੍ਹਦੇ ਹਾਂ। ਤੇ ਇੱਥੇ ਜਿੱਥੇ ਹਾਹੇ ਨੂੰ, ਇੱਥੇ ਸਾਰੀਆਂ ਥਾਵਾਂ ਤੇ ਹਾਹੇ ਨੂੰ ਸਿਹਾਰੀ ਲੱਗੀ ਆ, ਤਾਂ ਅਸੀਂ ਹੇ ਸਾਊਂਡ ਕਰਾਂਗੇ, ਠੀਕ ਹੈ। ਸੋ ਇਸ ਤਰ੍ਹਾਂ ਹੁਣ ਆਪਾਂ ਪੰਕਤੀ ਪੜ੍ਹਦੇ ਹਾਂ। ਇੱਥੇ
ਜਿਹੜੇ ਵਿਸ਼ਰਾਮ ਦੋ ਵਿਸ਼ਰਾਮ, ਗਾਵੇ ਤੋਹਨੋਂ ਵਿਸ਼ਰਾਮ, ਪੌਣ ਪਾਣੀ ਬੈਸੰਤਰ ਵਿਸ਼ਰਾਮ, ਗਾਵੇ ਰਾਜਾ ਧਰਮ ਦੁਆਰੇ। ਇਸ ਤਰ੍ਹਾਂ ਗਾਵੇ ਤੋਹਨੋਂ ਪੌਣ ਪਾਣੀ ਬੈਸੰਤਰ, ਗਾਵੇ ਰਾਜਾ ਧਰਮ ਦੁਆਰੇ। ਇਸ ਪੰਕਤੀ ਦਾ ਅਰਥ ਹੈ ਤੈਨੂੰ ਹਵਾ ਪਾਣੀ ਤੇ ਅਗਨੀ ਵੀ ਮਿਲ ਕੇ ਗਾਉਂਦੇ ਹਨ। ਤੋਹਨ ਦਾ ਮਤਲਬ ਹੋ ਗਿਆ ਤੈਨੂੰ, ਗਾਵੇ ਦਾ ਮਤਲਬ ਹੋ ਗਿਆ ਗਾਉਣਾ, ਤੋਹਨੋਂ ਮੀਨਸ ਤੈਨੂੰ, ਪੌਣ ਮਤਲਬ ਪਾਣੀ, ਹਵਾ, ਪਾਣੀ ਮਤਲਬ ਪਾਣੀ, ਬੈਸੰਤਰ ਮਤਲਬ ਅੱਗ, ਹਵਾ ਪਾਣੀ ਤੇ ਅੱਗ ਵੀ ਮਿਲ ਕੇ ਗਾਉਂਦੇ ਹਨ। ਤਾਂ ਗਾਵੇ ਰਾਜਾ ਧਰਮ ਦੁਆਰੇ ਮਤਲਬ ਧਰਮ ਰਾਜ ਵੀ ਤੇਰੇ ਦਰਵਾਜ਼ੇ ਅੱਗੇ ਤੇਰਾ ਜਸ ਗਾਉਂਦਾ ਹੈ। ਗਾਵੇ ਚਿੱਤ ਗੁਪਤ ਲਿਖ ਜਾਣਹਿ, ਲਿਖ ਲਿਖ ਧਰਮ ਵਿਚਾਰੇ। ਇੱਥੇ ਵੀ ਇਸ ਪੰਕਤੀ ਵਿੱਚ ਦੋ ਵਿਸ਼ਰਾਮ ਹੈ, ਗਾਵੇ ਚਿੱਤ ਗੁਪਤ ਵਿਸ਼ਰਾਮ, ਲਿਖ ਜਾਣਹਿ ਵਿਸ਼ਰਾਮ, ਲਿਖ ਲਿਖ ਧਰਮ ਵਿਚਾਰੇ। ਇਸ ਤਰ੍ਹਾਂ ਸੋ ਇੱਥੇ ਅਸੀਂ ਉਹ ਗਾਵੇ ਉਚਾਰਨ ਕਰਨਾ, ਸਾਰੀਆਂ ਥਾਵਾਂ ਤੇ ਗਾਵੇ ਨਹੀਂ ਕਹਿਣਾ। ਇੱਥੇ ਥੋੜ੍ਹਾ ਜਿਹਾ ਸਾਡੇ ਕੋਲੋਂ ਮੈਨੂੰ ਲੱਗਦਾ ਵੀ ਇੱਦਾਂ ਅਸੀਂ ਬੋਲਦੇ ਹੋਵਾਂਗੇ, ਲਿਖ ਲਿਖ ਧਰਮ ਵਿਚਾਰੇ, ਵਿਚਾਰੇ ਬੋਲਦੇ ਹੋਵਾਂਗੇ, ਵਿਚਾਰੇ ਵਾਵੇ ਸਿਆਰੀ ਚੱਚੇ ਕੰਨਾ ਰਾਰੇ ਲਾਵਾਂ ਵਿਚਾਰੇ। ਬਟ ਵਾਵੇ ਨੂੰ ਬਿਹਾਰੀ ਲੱਗੀ ਹੋਈ ਹੈ, ਵਾਵੇ ਨੂੰ ਬਿਹਾਰੀ ਲੱਗੀ ਹੋਈ ਹੈ। ਜਿਹੜੀ ਬਿਹਾਰੀ ਹੁੰਦੀ ਹੈ ਉਹ ਡਬਲ ਈ ਦੀ ਸਾਊਂਡ ਦਿੰਦੀ ਹੈ, ਡਬਲ ਈ, ਵਿਚਾਰੇ, ਵਾਵੇ ਬਿਹਾਰੀ, ਵੀ ਚੱਚੇ ਕੰਨਾ ਚਾਰੇ ਲਾਵਾਂ ਰੇ, ਵਿਚਾਰੇ। ਇਸ ਤਰ੍ਹਾਂ ਗਾਵੇ ਚਿੱਤ ਗੁਪਤ ਲਿਖ ਜਾਣਹਿ, ਲਿਖ ਲਿਖ ਧਰਮ ਵਿਚਾਰੇ। ਇਸ ਪੰਕਤੀ ਦਾ ਅਰਥ ਹੈ ਕਿ ਜੀਵਾਂ ਦੇ ਕਰਮਾਂ ਨੂੰ ਲਿਖਣ ਵਾਲੇ ਦੇਵਤੇ, ਦੇਵਤੇ ਜੋ ਹਨ ਚਿੱਤਰ ਤੇ ਗੁਪਤ, ਜਿਨ੍ਹਾਂ ਦੇ ਲਿਖੇ ਹੋਏ ਨੂੰ ਧਰਮ ਰਾਜ ਵਿਚਾਰਦਾ ਹੈ ਅਤੇ ਫਿਰ ਜੀਵਾਂ ਦੇ ਲੇਖੇ ਵਿੱਚ ਪਾਉਂਦਾ ਹੈ। ਭਾਵ ਕਿ ਲੋਕਾਂ ਦੇ ਕਰਮਾਂ ਨੂੰ ਲਿਖਣ ਵਾਲੇ ਵੀ ਤੇਰਾ ਜਸ ਗਾਉਂਦੇ ਹਨ। ਇੱਥੇ ਹੁਣ ਗੁਰੂ ਜੀ ਕਹਿੰਦੇ ਹਨ ਵੀ ਜਿਹੜੇ ਫਰਿਸ਼ਤੇ ਸਾਡੇ ਵਰਗੇ ਲੋਕਾਂ ਦੇ ਕਰਮ ਲਿਖਦੇ ਹਨ, ਚੰਗੇ ਮਾੜੇ, ਉਹ ਸਾਨੂੰ ਕਰਮਾਂ ਦੇ ਅਨੁਸਾਰ ਸਜ਼ਾ ਦਿਵਾਉਂਦੇ ਹਨ ਜਾਂ ਫਲ ਦਿਵਾਉਂਦੇ ਹਨ, ਉਹ ਵੀ ਵਾਹਿਗੁਰੂ ਨੂੰ ਗਾਉਂਦੇ ਹਨ। ਲਿਖ ਲਿਖ ਧਰਮ ਵਿਚਾਰੇ, ਗਾਵੇ ਚਿੱਤ ਗੁਪਤ, ਚਿੱਤਰ ਤੇ ਗੁਪਤ ਜਿਹੜੇ ਦੇਵਤੇ ਹਨ ਸਾਡੇ ਹਰ ਵੇਲੇ ਨਾਲ ਰਹਿੰਦੇ ਹਨ, ਗੁਰੂ ਜੀ ਕਹਿੰਦੇ ਉਹ ਵੀ ਤੈਨੂੰ ਗਾਉਂਦੇ ਹਨ। ਹੁਣ ਇੱਥੇ ਦਿਨ ਰਾਤ ਵੀ ਕਰ ਸਕਦੇ ਹਾਂ ਵੀ ਚਿੱਤ ਗੁਪਤ ਹੈ ਨਾ, ਚਿੱਤਰ ਮਤਲਬ ਦਿਖਾਈ ਦੇਣ ਵਾਲਾ ਦਿਨ, ਗੁਪਤ ਮਤਲਬ ਹਨੇਰਾ ਰਾਤ, ਦਿਨ ਤੇ ਰਾਤ ਵੀ ਤੈਨੂੰ ਗਾਉਂਦੇ ਹਨ, ਐ ਵੀ ਆਪਾਂ ਅਰਥ ਕਰ ਸਕਦੇ ਹਾਂ। ਪਰ ਇੱਥੇ ਚਿੱਤ ਗੁਪਤ ਦੀ ਨਾਲ ਲਿਖਣ ਦੀ ਗੱਲ ਹੋਈ ਹੈ ਨਾ, ਵੀ ਚਿੱਤਰ ਤੇ ਗੁਪਤ ਜਿਹੜੇ ਦੇਵਤੇ ਹਨ ਸਾਡੇ ਕਰਮ ਲਿਖਦੇ ਹਨ, ਉਹ ਵੀ ਤੈਨੂੰ ਗਾਉਂਦੇ ਹਨ, ਜਿਨ੍ਹਾਂ ਦੇ ਲਿਖੇ ਮੁਤਾਬਕ ਧਰਮ ਰਾਜ ਹਿਸਾਬ ਕਿਤਾਬ ਕਰਕੇ ਫਾਈਨਲੀ ਸਾਨੂੰ ਪੁੰਨ ਜਾਂ ਪਾਪਾਂ ਦੀ ਸਜ਼ਾ ਜਾਂ ਫਲ ਦਿੰਦਾ ਹੈ। ਓਕੇ, ਦੈਨ ਗਾਵੇ ਈਸ਼ਰ ਬਰਮਾ ਦੇਵੀ ਸੋਹਨ ਸਦਾ ਸਵਾਰੇ। ਗਾਵੇ ਦਾ ਗਾਵੇ ਉਚਾਰਨ ਕਰਨਾ, ਗਾਵੇ ਨਹੀਂ ਬੋਲਣਾ। ਇਸ ਪੰਕਤੀ ਦੇ ਵਿੱਚ ਇੱਕੋ ਹੀ ਵਿਸ਼ਰਾਮ ਹੈ ਦੇਵੀ ਦੇ ਉੱਪਰ, ਗਾਵੇ ਈਸ਼ਰ ਬਰਮਾ ਦੇਵੀ ਵਿਸ਼ਰਾਮ, ਸੋਹਨ ਸਦਾ ਸਵਾਰੇ। ਇਸ ਤਰ੍ਹਾਂ ਸੋ ਬਰਮਾ ਕਹਿਣਾ ਨੂੰ ਬਰਮਾ ਨਹੀਂ ਕਹਿਣਾ, ਬੱਬਾ ਰਾਰਾ ਮੰਮੇ ਕੰਨਾ ਬਰਮਾ ਐ ਨਹੀਂ ਬੋਲਣਾ, ਰਾਰੇ ਨੂੰ ਥੋੜਾ ਜਿਹਾ ਭਾਰਾ ਕਰਕੇ ਬੋਲਾਂਗੇ ਬਰਮਾ। ਬਰਮਾ ਦਾ ਮਤਲਬ ਹੋ ਗਿਆ ਬਰਮਾ, ਜਿਵੇਂ ਵਿਸ਼ਨੂੰ ਬਰਮਾ ਸ਼ਿਵ ਜੀ, ਇਸ ਤਰ੍ਹਾਂ। ਤੇ ਬਰਮਾ ਜਦੋਂ ਬੋਲਾਂਗੇ ਬਰਮਾ ਦਾ ਕੋਈ ਮੀਨਿੰਗ ਨਹੀਂ ਬਣੂਗਾ, ਸੋ ਬਰਮਾ ਨਹੀਂ ਉਚਾਰਨ ਕਰਨਾ, ਬਰਮਾ ਉਚਾਰਨ ਕਰਨਾ ਇਸ ਨੂੰ। ਗਾਵੇ ਈਸ਼ਰ ਬਰਮਾ ਦੇਵੀ ਸੋਹਨ ਸਦਾ ਸਵਾਰੇ। ਤੇਰੇ ਬਣਾਏ ਸ਼ਿਵ ਜੀ, ਬਰਮਾ ਦੇਵਤੇ ਤੇ ਦੁਰਗਾ ਤੇ ਭਵਾਨੀ ਵਰਗੀਆਂ ਦੇਵੀਆਂ। ਈਸ਼ਰ ਮੀਨਸ ਸ਼ਿਵ ਜੀ, ਬਰਮਾ ਮੀਨਸ ਬਰਮਾ। ਤੇਰੇ ਬਣਾ ਹੋਏ ਸ਼ਿਵ ਜੀ ਤੇ ਬਰਮਾ ਤੇ ਦੁਰਗਾ ਤੇ ਭਵਾਨੀ ਵਰਗੀਆਂ ਦੇਵੀਆਂ। ਦੇਵੀ ਦਾ ਮਤਲਬ ਹੋ ਗਿਆ ਜਿਹੜੀ ਦੁਰਗਾ, ਭਵਾਨੀ, ਕਾਲਕਾ, ਜੋ ਵੀ ਦੇਵੀਆਂ ਹਨ ਉਹ ਵੀ ਤੈਨੂੰ ਗਾਉਂਦੀਆਂ, ਜੋ ਸੰਸਾਰ ਦੇ ਵਿੱਚ ਸ਼ੋਭਾ ਪਾਉਂਦੀਆਂ ਨੇ, ਇੱਜ਼ਤ ਮਾਣ ਪਾਉਂਦੀਆਂ ਹਨ, ਉਹ ਵੀ ਤੈਨੂੰ ਗਾਉਂਦੇ ਹਨ। ਦੇਵਤੇ ਵੀ ਤੈਨੂੰ ਗਾਉਂਦੇ ਹਨ, ਦੇਵੀਆਂ ਵੀ ਤੈਨੂੰ ਗਾਉਂਦੀਆਂ ਹਨ। ਦੈਨ ਗਾਵੇ ਇੰਦ ਇੰਦਾਸਨ ਬੈਠੀ,
ਦੇਵਤਿਆ ਦਰ ਨਾਲੇ, ਇਸ ਤਰ੍ਹਾਂ। ਓਕੇ, ਇਸ ਪੰਕਤੀ ਦੇ ਵਿੱਚ 2 ਵਿਸ਼ਰਾਮ ਹੈ, ਇੰਦ ਦੇ ਉੱਪਰ ਤੇ ਬੈਠੇ ਦੇ ਉੱਪਰ, ਪਰ ਇਹ ਪੂਰਾ ਨਹੀਂ ਰੁਕਣਾ ਹੁੰਦਾ, ਥੋੜਾ ਰੁਕਣਾ ਹੁੰਦਾ ਹੈ। ਇੱਥੇ ਜਿਹੜਾ ਵਿਸ਼ਰਾਮ ਹੈਗਾ, ਗਾਵਹਿ ਇੰਦ ਵਿਸ਼ਰਾਮ, ਇੰਦਾਸਨ ਬੈਠੇ ਵਿਸ਼ਰਾਮ, ਦੇਵਤਿਆ ਦਰ ਨਾਲੇ। ਉਚਾਰਨ ਠੀਕ ਹੈ, ਬਸ ਇਹਨੂੰ ਗਾਵਹਿ ਬੋਲਣਾ, ਗਾਵਹਿ ਨਹੀਂ ਕਹਿਣਾ। ਸੋ ਤੁਹਾਨੂੰ ਉਚਾਰਨ ਕਰਦੇ ਆਪਾਂ ਨੋਰਮਲੀ ਉਚਾਰਨ, ਗਾਵਹਿ ਇੰਦ ਇੰਦਾਸਨ ਬੈਠੇ ਦੇਵਤਿਆ ਦਰ ਨਾਲੇ, ਇਸ ਤਰ੍ਹਾਂ ਗਾਵਹਿ ਇੰਦ ਇੰਦਾਸਨ ਬੈਠੇ ਦੇਵਤਿਆ ਦਰ ਨਾਲੇ, ਇਸ ਤਰੀਕੇ ਦੇ ਨਾਲ ਗਾਵਹਿ ਦੇ ਨਾਲ ਇੰਦ ਲਾਉਣਾ। ਸੋ ਇਸ ਪੰਕਤੀ ਦਾ ਅਰਥ ਹੈ ਆਪਣੇ ਉੱਚੇ ਆਸਨ ਉੱਤੇ ਬੈਠਣ ਵਾਲਾ ਇੰਦਰ ਦੇਵਤਾ। ਇੰਦਾਸਨ ਬੈਠੇ, ਇੰਦਾਸਨ ਮਤਲਬ ਕਿ ਇੰਦਰ ਦੇ ਆਸਨ ਉੱਤੇ ਬੈਠਾ ਹੋਇਆ ਇੰਦਰ ਦੇਵਤਾ। ਗਾਵਹਿ ਇੰਦ, ਇੰਦ ਦਾ ਮਤਲਬ ਕਿ ਇੰਦਰ, ਇੰਦਾਸਨ ਇੰਦਾਸਨ ਦਾ ਅਰਥ ਹੋ ਗਿਆ ਉਸ ਆਸਨ ਦੇ ਉੱਤੇ ਬੈਠਾ ਹੋਇਆ। ਜਿਵੇਂ ਪ੍ਰਧਾਨ ਮੰਤਰੀ ਹੁੰਦਾ ਜੋ, ਉਹ ਪ੍ਰਧਾਨ ਮੰਤਰੀ ਦੀ ਸੀਟ ਤੇ ਬੈਠਦਾ, ਉਹ ਫਿਰ ਪ੍ਰਧਾਨ ਮੰਤਰੀ ਬਣ ਜਾਂਦਾ। ਸੋ ਜੋ ਇੰਦਰ ਦੀ ਥਾਂ ਦੇ ਉੱਪਰ ਉਸ ਆਸਨ ਦੇ ਇੰਦਾਸਨ ਦੇ ਉੱਪਰ ਬੈਠਦਾ, ਉਹਦਾ ਨਾਮ ਇੰਦਰ ਪੈ ਜਾਂਦਾ। ਇਸ ਤਰ੍ਹਾਂ ਸੋ ਜੋ ਵੀ ਉਸ ਗੱਦੀ ਤੇ ਬੈਠਦਾ ਉਹ ਇੰਦਰ ਬਣ ਜਾਂਦਾ ਹੈ। ਜਿਵੇਂ ਪ੍ਰਧਾਨ ਮੰਤਰੀ ਦੀ ਗੱਦੀ ਤੇ ਬੈਠਣ ਵਾਲਾ ਉਹ ਪ੍ਰਧਾਨ ਮੰਤਰੀ ਬਣ ਜਾਂਦਾ ਹੈ। ਸੋ ਇਸ ਤਰ੍ਹਾਂ, ਸੋ ਇਸ ਦਾ ਅਰਥ ਹੈ ਕਿ ਆਪਣੇ ਉੱਚੇ ਆਸਨ ਉੱਤੇ ਬੈਠਣ ਵਾਲਾ ਇੰਦਰ ਦੇਵਤਾ ਆਪਣੀਆਂ ਅਪਸਰਾਵਾਂ ਨਾਲ ਤੇ ਦੇਵਤਿਆਂ ਨਾਲ ਮਿਲ ਕੇ ਤੇਰੇ ਦਰ ਉੱਤੇ ਗਾਉਂਦਾ ਹੈ। ਦੇਵਤਿਆ ਦਰ ਨਾਲੇ, ਦੇਵਤਿਆਂ ਨਹੀਂ ਕਹਿਣਾ, ਬਿੰਦੀ ਨਹੀਂ ਲਾਉਣੀ ਆਪਦੇ ਕੋਲੋਂ ਹੀ, ਦੇਵਤਿਆ ਹੀ ਕਹਿਣਾ। ਅਰਥ ਭਾਵਾਂ ਦੇਵਤਿਆਂ ਬਣਦਾ, ਬਹੁਵਚਨ ਬਣਦਾ, ਬਟ ਅਸੀਂ ਦੇਵਤਿਆਂ ਬੋਲਾਂਗੇ। ਸੋ ਕਿ ਉਹ ਆਪਦੇ ਦੇਵਤਿਆਂ ਦੇ ਨਾਲ, ਪਰੀਆਂ ਦੇ ਨਾਲ ਆਪਦੇ ਆਸਨ ਉੱਤੇ ਬੈਠਾ ਤੈਨੂੰ ਗਾਉਂਦਾ ਹੈ। ਗਾਵਹਿ ਸਿੱਧ ਸਮਾਧੀ ਅੰਦਰ, ਗਾਵਨ ਸਾਧ ਵਿਚਾਰੇ। ਇੱਥੇ 2 ਵਿਸ਼ਰਾਮ ਹੈ, ਗਾਵਹਿ ਸਿੱਧ ਵਿਸ਼ਰਾਮ, ਸਮਾਧੀ ਅੰਦਰ ਵਿਸ਼ਰਾਮ, ਗਾਵਨ ਸਾਧ ਵਿਚਾਰੇ, ਇਸ ਤਰ੍ਹਾਂ। ਤੋ ਇਹਦਾ ਉਚਾਰਨ ਠੀਕ ਆ, ਬਸ ਥੋੜਾ ਜਿਹਾ ਇੱਥੇ ਵਿਚਾਰੇ ਵਾਵੇ ਨੂੰ ਸਿਹਾਰੀ ਲੱਗੀ ਹੋਇਆ, ਇਹਨੂੰ ਬੋਲਾਂਗੇ ਵਿਚਾਰੇ, ਵਿਚਾਰੇ ਹਨਾ, ਇਹਨੂੰ ਵਿਚਾਰੇ ਨਹੀਂ ਬੋਲਣਾ, ਵਿਚਾਰੇ, ਕਿਉਂਕਿ ਸਿਹਾਰੀ ਲੱਗੀ ਹੋਈ ਹੈ, ਸ਼ਾਰਟ ਸਾਊਂਡ ਹੈ ਇਹਦੀ। ਓਕੇ, ਸੋ ਇਸ ਪੰਕਤੀ ਦਾ ਅਰਥ ਹੈ, ਜਿਹੜੀ ਪੰਕਤੀ ਆਪਾਂ ਪੜ੍ਹੀ ਹੁਣ, ਗਾਵਹਿ ਸਿੱਧ ਸਮਾਧੀ ਅੰਦਰ, ਗਾਵਨ ਸਾਧ ਵਿਚਾਰੇ। ਇਸ ਦਾ ਅਰਥ ਹੈ ਕਿ ਸਮਾਧੀਆਂ ਵਾਲੇ ਸਿੱਧ ਪੁਰਸ਼, ਦਿਵ ਦ੍ਰਿਸ਼ਟੀ ਵਾਲੇ ਸੰਤ, ਜਿਨ੍ਹਾਂ ਨੂੰ ਸਾਰਾ ਕੁਝ ਦਿਖ ਜਾਂਦਾ, ਸਾਧੂ ਸੰਤ ਮਹਾਤਮਾ ਦਿਵ ਦ੍ਰਿਸ਼ਟੀ ਰੱਖਦੇ ਆ, ਜੋ ਧਿਆਨ ਤੇ ਵਿਚਾਰ ਰਾਹੀਂ ਤੈਨੂੰ ਗਾਉਂਦੇ ਹਨ। ਗਾਵਨ ਸਾਧ ਵਿਚਾਰੇ, ਸਾਧੂ ਸੰਤ ਮਹਾਤਮਾ ਸਿੱਧ ਪੁਰਸ਼ ਦਿਵ ਦ੍ਰਿਸ਼ਟੀ ਵਾਲੇ ਸਾਰੇ ਸਮਾਧੀਆਂ ਲਾ ਕੇ ਤੈਨੂੰ ਗਾਉਂਦੇ ਹਨ, ਸਮਾਧੀਆਂ ਦੇ ਵਿੱਚ ਬੈਠ ਕੇ ਧਿਆਨ ਵਿੱਚ ਲੀਨ ਹੋ ਕੇ ਤੈਨੂੰ ਗਾਉਂਦੇ ਹਨ। ਗਾਵਨ ਜਤੀ ਸਤੀ ਸੰਤੋਖੀ, ਗਾਵਹਿ ਵੀਰ ਕਰਾਰੇ। ਇੱਥੇ ਸੰਤੋਖੀ ਤੇ ਵਿਸ਼ਰਾਮ ਹੈ, ਇੱਕੋ ਹੀ ਵਿਸ਼ਰਾਮ ਹੈ ਇਸ ਪੰਕਤੀ ਦੇ ਵਿੱਚ। ਗਾਵਨ ਜਤੀ ਸਤੀ ਸੰਤੋਖੀ ਵਿਸ਼ਰਾਮ, ਗਾਵਹਿ ਵੀਰ ਕਰਾਰੇ, ਇਸ ਤਰ੍ਹਾਂ। ਪਰ ਇਹ ਗਾਵਹਿ ਬੋਲਣਾ ਹੈ ਨਾ, ਧਿਆਨ ਰੱਖਣਾ। ਇੱਥੇ ਜਤੀ ਤੇ ਸਤੀ ਜਿਹੜਾ ਸ਼ਬਦ ਵਰਤਿਆ ਗਿਆ ਹੈ, ਜਤੀ ਸਤੀ ਸੰਤੋਖੀ, ਇਹ ਜਤੀ ਦਾ ਅਰਥ ਹੈਗਾ ਸ਼ਾਦੀ ਤੋਂ ਪਹਿਲਾਂ। ਓਕੇ, ਸਤੀ ਦਾ ਅਰਥ ਹੈ ਕਾਮਨਾ ਤੋਂ ਰਹਿਤ, ਸੱਚੇ। ਸਤੀ ਮਤਲਬ ਸੱਚੇ, ਕਾਮਨਾ ਤੋਂ ਰਹਿਤ। ਜਿਸ ਨੇ ਝੂਠ ਦਾ ਪੂਰੀ ਤਰ੍ਹਾਂ ਤਿਆਗ ਕੀਤਾ ਹੋਵੇ ਉਹਨੂੰ ਕਹਿੰਦੇ ਸਤੀ, ਸੱਚ ਤੇ ਚੱਲਣ ਵਾਲਾ, ਸੱਚਾ ਬੰਦਾ। ਸੰਤੋਖੀ ਦਾ ਅਰਥ ਹੈ ਕਿ ਸਬਰ ਨਾਲ, ਸਬਰ ਕਰਨ ਵਾਲੇ ਸੰਤੁਸ਼ਟ ਪੁਰਸ਼, ਰੱਜੇ ਹੋਏ ਪੁਰਸ਼, ਸੰਤੋਖੀ, ਇਸ ਤਰ੍ਹਾਂ। ਸੋ ਇਸ ਪੰਕਤੀ ਦਾ ਅਰਥ ਬਣਦਾ ਕਿ ਵਿਵੇਕ ਵਿੱਚ ਪੱਕੇ, ਸੱਚੇ ਤੇ ਕਾਮਨਾ ਤੋਂ ਰਹਿਤ ਪੁਰਸ਼, ਜੀਵਨ ਵਿੱਚ ਸੰਤੁਸ਼ਟ ਪੁਰਸ਼ ਵੀ ਤੈਨੂੰ ਗਾਉਂਦੇ ਹਨ। ਨਿਧੜਕ ਯੋਧੇ ਤੇਰਾ ਜਸ ਗਾ ਕੇ ਤੇਰੀ ਪ੍ਰਸ਼ੰਸਾ ਕਰਦੇ ਹਨ। ਗਾਵਹਿ ਵੀਰ ਕਰਾਰੇ, ਗਾਵਹਿ ਵੀਰ ਦਾ ਅਰਥ ਹੈ ਨਿਧੜਕ ਯੋਧੇ, ਵੱਡੇ ਵੱਡੇ ਯੋਧੇ, ਸੂਰਬੀਰ ਤੇਰਾ ਜਸ ਗਾ ਕੇ ਤੇਰੀ ਪ੍ਰਸ਼ੰਸਾ, ਤੇਰੀ ਮਹਿਮਾ ਕਰਦੇ ਹਨ।
ਹੁਣ ਜਿਹੜੀ ਜਤੀ ਦੀ ਗੱਲ ਕੀਤੀ ਹੈ ਤੇ ਸਤੀ ਦੀ ਗੱਲ ਕੀਤੀ ਤੇ ਸੰਤੋਖੀ ਦੀ ਗੱਲ ਕੀਤੀ ਹੈ। 6 ਤਰ੍ਹਾਂ ਦੇ ਜਤੀ ਮੰਨੇ ਗਏ ਆ। 6 ਤਰ੍ਹਾਂ ਦੇ ਜਤੀ ਹੁੰਦੇ ਆ। ਜਿਸ ਨੇ ਵਿਆਹ ਨਾ ਕੀਤਾ ਹੋਵੇ ਤੇ ਸਾਰੀ ਉਮਰ ਕਿਸੇ ਇਸਤਰੀ ਨਾਲ ਸਪਰਸ਼ ਨਾ ਕੀਤਾ ਹੋਵੇ, ਉਸ ਨੂੰ ਜਤੀ ਕਹਿੰਦੇ ਆ। ਅਸੀਂ ਆਮ ਭਾਸ਼ਾ ਦੇ ਵਿੱਚ ਉਸ ਨੂੰ ਜਤੀ ਕਹਿੰਦੇ ਆ। ਇਸ ਤਰ੍ਹਾਂ ਹਿੰਦੂ ਮਤ ਦੇ ਵਿੱਚ, ਜੋਗੀ ਮਤ ਦੇ ਵਿੱਚ 6 ਤਰ੍ਹਾਂ ਦੇ ਜਤੀ ਮੰਨੇ ਗਏ ਆ। ਭੀਸ਼ਮ ਪਿਤਾਮਾ ਨੂੰ ਵੀ ਜਤੀ ਮੰਨਿਆ ਗਿਆ, ਗੋਰਖ ਨੂੰ ਵੀ ਜਤੀ ਮੰਨਿਆ ਗਿਆ, ਲక్ష్మణ ਨੂੰ ਵੀ ਜਤੀ ਮੰਨਿਆ ਗਿਆ, ਹਨੂਮਾਨ ਨੂੰ ਵੀ ਜਤੀ ਮੰਨਿਆ ਗਿਆ, ਭੈਰੋ ਨੂੰ ਵੀ ਜਤੀ ਮੰਨਿਆ ਗਿਆ ਤੇ ਦੇਤਾਤ੍ਰੇਆ ਜੋ ਸੀ ਉਸ ਨੂੰ ਵੀ ਜਤੀ ਮੰਨਿਆ ਗਿਆ। ਇਸ ਤਰ੍ਹਾਂ ਹਿੰਦੂ ਮਤ ਦੇ ਵਿੱਚ 6 ਤਰ੍ਹਾਂ ਦੇ ਜਤੀ ਹੁੰਦੇ ਆ। ਪਰ ਗੁਰਮਤ ਦੇ ਵਿੱਚ ਕਹਿੰਦੇ ਜਿਹੜੇ ਆਪਣੇ ਕਰਮ ਇੰਦਰੀਆਂ ਨੂੰ, ਗੁਰੂ ਜੀ ਨੇ ਗੁਰਬਾਣੀ ਵਿੱਚ ਕਿਹਾ ਵੀ ਜਿਹੜੇ ਆਪਦੇ ਕਰਮ ਇੰਦਰੀਆਂ ਨੂੰ ਕੰਟਰੋਲ ਦੇ ਵਿੱਚ ਰੱਖਦਾ ਹੈ ਉਹ ਜਤੀ ਹੈ। ਆਪਣੇ ਵਿਸ਼ਾ ਵਿਕਾਰਾਂ ਨੂੰ, ਆਪਣੀਆਂ ਅੱਖਾਂ ਨੂੰ, ਆਪਣੇ ਕੰਨਾਂ ਨੂੰ, ਆਪਣੇ ਨੱਕ ਨੂੰ, ਆਪਣੇ ਮੂੰਹ ਨੂੰ, ਆਪਣੇ ਹੱਥਾਂ ਨੂੰ, ਆਪਣੇ ਪੈਰਾਂ ਨੂੰ, ਆਪਣੇ ਦੋਨਾਂ ਗੁਪਤ ਇੰਦਰੀਆਂ ਨੂੰ, ਸਾਰਿਆਂ ਨੂੰ ਕੰਟਰੋਲ ਦੇ ਵਿੱਚ ਰੱਖਦਾ ਹੈ ਤਾਂ ਉਹ ਜਤੀ ਹੈ। ਜਿਸ ਨੇ ਆਪਣੇ ਇੰਦਰੀਆਂ ਨੂੰ ਆਪਣੇ ਵਸ ਵਿੱਚ ਕੀਤਾ ਹੋਇਆ, ਆਪਣੇ ਆਖੇ ਲਾਇਆ ਹੋਇਆ, ਉਹਦੇ ਆਖੇ ਅਨੁਸਾਰ ਚੱਲਦੇ, ਉਹ ਜਤੀ ਹੈ। ਉਂਝ ਜਤੀਆਂ ਵਿੱਚ ਜਦੋਂ ਗਿਣਤੀ ਕਰਦੇ ਹਾਂ ਆਪਾਂ ਨੋਰਮਲੀ ਕਹਿੰਦੇ ਨੇ ਜਿਹਨੇ ਵਿਆਹ ਨਾ ਕਰਾਇਆ ਹੋਵੇ, ਇਸਤਰੀ ਨਾਲ ਸਪਰਸ਼ ਨਾ ਕੀਤਾ ਹੋਵੇ, ਉਹ ਜਤੀ ਹੈ। ਤੇ ਹਿੰਦੂ ਮਤ ਨੇ ਵੀ 6 ਜਤੀ ਮੰਨਿਆ। ਦੈਨ ਅੱਗੇ ਗਾਵੇ ਜਤੀ ਸਤੀ, ਫਿਰ ਇੱਕ ਸਤੀ ਸ਼ਬਦ ਆਉਂਦਾ ਜਤੀ ਦੇ ਨਾਲ। ਸੋ ਸਤੀ ਦਾ ਅਰਥ ਹੁੰਦਾ ਮੁਖ ਕਾ ਸਤੀ, ਸੱਚ ਬੋਲਣ ਵਾਲਾ ਜਿਸ ਨੇ ਝੂਠ ਦਾ ਤਿਆਗ ਕੀਤਾ ਹੋਵੇ ਉਹਨੂੰ ਕਹਿੰਦੇ ਸਤੀ। ਜਿਹੜਾ ਮੂੰਹ ਦਾ ਸਤੀ ਹੁੰਦਾ, ਮੂੰਹ ਦਾ ਸਤੀ ਮਤਲਬ ਸੱਚ ਬੋਲਣ ਵਾਲਾ ਜਿਸ ਨੇ ਝੂਠ ਦਾ ਤਿਆਗ ਕੀਤਾ ਹੋਵੇ। ਮਨ ਦੇ ਸੰਤੋਖੀ ਅਤੇ ਦਾਨ ਕਰਨ ਵਾਲੇ ਸਤੀ ਹੁੰਦੇ ਆ। ਜਿਹੜੇ ਮਨ ਦੇ ਸੰਤੋਖੀ ਹੁੰਦੇ ਆ, ਦਾਨ ਕਰਨ ਵਾਲੇ ਹੁੰਦੇ, ਉਹਨਾਂ ਨੂੰ ਵੀ ਸਤੀ ਮੰਨਿਆ ਜਾਂਦਾ। ਜਿਵੇਂ ਗੁਰਬਾਣੀ ਦੇ ਵਿੱਚ ਲਿਖਿਆ ਨਾ, ਸਤੀਆ ਮਨ ਸੰਤੋਖ ਉਪਜੈ ਦੇਣੈ ਕੈ ਵਿਚਾਰ। ਸਤੀਆ ਮਨ ਸੰਤੋਖ ਉਪਜੈ ਦੇਣੈ ਕੈ ਵਿਚਾਰ। ਮਤਲਬ ਇਹ ਗੱਲ, ਇਸ ਦਾ ਅਰਥ ਹੈ ਕਿ ਜਿਨ੍ਹਾਂ ਦੇ ਮਨ ਦੇ ਵਿੱਚ ਸੰਤੋਖ ਹੈ ਤੇ ਉਹਨਾਂ ਦੇ ਹਿਰਦੇ, ਜਿਨ੍ਹਾਂ ਦੇ ਹਿਰਦੇ ਵਿੱਚ ਦਾਨ ਕਰਨ ਦੀ ਵਿਚਾਰ ਬਣੀ ਰਹਿੰਦੀ ਹੈ, ਉਹ ਮਨ ਦੇ ਸਤੀ ਹੁੰਦੇ ਆ। ਉਹਨਾਂ ਨੂੰ ਵੀ ਸਤੀ ਮੰਨਿਆ ਗਿਆ। ਇੱਕ ਮੁਖ ਦਾ ਸਤੀ ਹੁੰਦਾ ਜਿਹੜਾ ਝੂਠ ਨਹੀਂ ਬੋਲਦਾ, ਇੱਕ ਮਨ ਦਾ ਸਤੀ ਹੁੰਦਾ ਜਿਹਦੇ ਮਨ ਦੇ ਵਿੱਚ ਹਮੇਸ਼ਾ ਹੀ ਸੰਤੋਖ ਬਣਿਆ ਰਹਿੰਦਾ ਤੇ ਦੂਜਿਆਂ ਨੂੰ ਦਾਨ ਕਰਨ ਦੀ ਵਿਚਾਰ ਚੱਲਦੀ ਰਹਿੰਦੀ ਆ। ਫਿਰ ਅੱਗੇ ਪਤਨੀ ਨੂੰ ਵੀ ਸਤੀ ਆਖਿਆ ਗਿਆ। ਗੁਰਬਾਣੀ ਚ ਲਿਖਿਆ ਨਾ, ਗੌਤਮ ਸਤੀ ਸਿਲਾ ਨਿਸਤਰੀ। ਗੌਤਮ ਸਤੀ ਸਿਲਾ ਨਿਸਤਰੀ ਯਾਨੀ ਕਿ ਗੌਤਮ ਦੀ ਪਤਨੀ, ਪਤਨੀ ਨੂੰ ਵੀ ਸਤੀ ਕਿਹਾ ਗਿਆ। ਸਤੀ ਮੀਨਸ ਪਤਨੀ। ਗੌਤਮ ਦੀ ਪਤਨੀ, ਸਿਲਾ ਮੀਨਸ ਪੱਤਰ, ਨਿਸਤਰੀ ਮਤਲਬ ਉਧਰ ਗਈ, ਮੁਕਤ ਹੋ ਗਈ। ਗੌਤਮ ਸਤੀ ਸਿਲਾ ਨਿਸਤਰੀ, ਨਿਸਤਰੀ ਮਤਲਬ ਤਰ ਗਈ। ਗੌਤਮ ਦੀ ਪਤਨੀ ਪਹਿਲਾਂ ਪੱਥਰ ਬਣੀ ਹੋਈ ਸੀ ਪਰ ਉਹ ਫਿਰ ਤਰ ਗਈ। ਫਿਰ ਅੱਗੇ ਪਤੀ ਦੇ ਪਿਆਰ ਵਿੱਚ ਪਵਿੱਤਰ ਇਸਤਰੀ ਨੂੰ ਵੀ ਸਤੀ ਆਖਿਆ ਗਿਆ। ਜਿਵੇਂ ਗੁਰਬਾਣੀ ਵਿੱਚ ਲਿਖਿਆ, ਬਿਨ ਸਤ ਸਤੀ ਹੋਏ ਕੈਸੇ ਨਾਰ। ਬਿਨ ਸਤ ਸਤੀ ਹੋਏ ਕੈਸੇ ਨਾਰ। ਸਤ ਮਤਲਬ ਸੱਚ ਤੇ ਚੱਲਣ ਤੋਂ ਬਿਨਾ, ਸੱਚ ਦੇ ਰਾਹ ਤੇ ਚੱਲਣ ਤੋਂ ਬਿਨਾ ਜਿਹੜੀ ਸਤੀ ਮੀਨਸ ਇਸਤਰੀ ਹੈ, ਉਹ ਕਿਸ ਤਰ੍ਹਾਂ ਨਾਰੀ ਹੁਕਲਾ ਸਕਦੀ ਜੋ ਸੱਚ ਦੇ ਰਾਹ ਤੇ ਨਹੀਂ ਚੱਲਦੀ, ਆਪਣੇ ਪਤੀ ਦੇ ਪਿਆਰ ਵਿੱਚ ਨਹੀਂ ਰਹਿੰਦੀ। ਬਿਨ ਸਤ ਸਤੀ ਹੋਏ ਕੈਸੇ ਨਾਰ, ਯਾਨੀ ਕਿ ਪਤੀ ਦੇ ਪਿਆਰ ਵਿੱਚ ਪਵਿੱਤਰ ਇਸਤਰੀ ਨੂੰ ਵੀ ਸਤੀ ਆਖਿਆ ਗਿਆ। ਗੁਰਬਾਣੀ ਵਿੱਚ ਇਹ ਸਤੀ ਮੰਨੇ ਗਏ ਆ। ਗੁਰਬਾਣੀ ਨੇ ਇਹਨਾਂ ਨੂੰ ਸਤੀ ਮੰਨਿਆ ਜਿਹੜੇ ਮੁਖ ਦੇ ਸਤੀ ਆ, ਸੱਚ ਬੋਲਣ ਵਾਲੇ ਆ, ਜਿਹੜੇ ਮਨ ਦੇ ਸੰਤੋਖੀ ਤੇ ਦਾਨ ਕਰਨ ਦੀ ਵਿਚਾਰ ਕਰਨ ਵਾਲੇ ਹਨ। ਤੇ ਪਤਨੀ ਨੂੰ ਵੀ ਸਤੀ ਮੰਨਿਆ ਗਿਆ ਹੈ ਤੇ ਪਵਿੱਤਰ ਧਰਮ ਵਿੱਚ ਰਹਿਣ ਵਾਲੀ ਪਤਨੀ ਨੂੰ ਵੀ ਸਤੀ ਮੰਨਿਆ ਗਿਆ। ਪਰ ਹਿੰਦੂ ਮਤ ਵਿੱਚ ਪਾਰਵਤੀ ਨੂੰ ਸਤੀ ਮੰਨਿਆ, ਸੀਤਾ ਨੂੰ ਸਤੀ ਮੰਨਿਆ ਤੇ ਹੋਰ ਕਈਆਂ ਇਸਤਰੀਆਂ ਦੀ ਵਾਰਤਾ ਆਉਂਦੀ ਹਿੰਦੂ ਧਰਮ ਦੇ ਵਿੱਚ। ਉਹਨਾਂ ਨੇ ਇਸਤਰੀਆਂ ਨੂੰ ਇੱਕ ਮਾਤਰ ਬਣਾ ਕੇ ਸਤੀ ਮੰਨਿਆ ਹੈ। ਪਰ ਗੁਰਬਾਣੀ ਨੇ
ਸਤੀ ਮੰਨਿਆ, ਇਸਤਰੀ ਨੂੰ ਵੀ ਸਤੀ ਮੰਨਿਆ ਤੇ ਪੁਰਸ਼ਾਂ ਨੂੰ ਵੀ ਸਤੀ ਮੰਨਿਆ, ਜਿਨ੍ਹਾਂ ਦੇ ਮੂੰਹ ਸੱਚੇ ਹਨ, ਜਿਨ੍ਹਾਂ ਦੇ ਵਿਚਾਰ ਸੱਚੇ ਹਨ, ਜੋ ਰਾਜਾ ਵਾਂਗ ਰੱਜੇ ਹੋਏ ਤੇ ਸੰਤੋਖੀ ਹਨ। ਪਤੀ ਦੀ ਮੌਤ ਤੋਂ ਬਾਅਦ ਉਸਦੇ ਨਾਲ ਸਤੀ ਹੋਣਾ ਭਾਵ ਉਸਦੀ ਚਿਖਾ ਵਿੱਚ ਉਸਦੇ ਨਾਲ ਜਿਉਂਦੇ ਹੀ ਸੜ ਜਾਣਾ। ਹਿੰਦੂ ਮਤ ਦੇ ਵਿੱਚ ਇਸ ਨੂੰ ਵੀ ਸਤੀ ਮੰਨਿਆ ਗਿਆ ਤੇ ਵੱਡਾ ਪੁੰਨ ਮੰਨਿਆ। ਪਤੀ ਦੇ ਨਾਲ ਜਿਉਂਦੇ ਸੜ ਜਾਣ ਨੂੰ ਹਿੰਦੂ ਮਤ ਦੇ ਵਿੱਚ ਵੱਡਾ ਪੁੰਨ ਮੰਨਿਆ ਗਿਆ। ਉਸ ਨੂੰ ਸਤੀ ਕਹਿੰਦੇ, ਨਾਲ ਸੜ ਜਾਣਾ, ਇਹਨੂੰ ਵੀ ਸਤੀ ਕਹਿੰਦੇ ਆ। ਹਿੰਦੂ ਮਤ ਵਿੱਚ ਲਿਖਿਆ ਹੈ ਕਿ ਪਤੀ ਦੇ ਸਰੀਰ ਉੱਪਰ ਜਿੰਨੇ ਰੋਮ ਹੁੰਦੇ ਹਨ, ਪਤਨੀ ਓਨੇ ਸਾਲ ਹੀ ਆਪਣੇ ਪਤੀ ਨਾਲ ਸਵਰਗਾਂ ਵਿੱਚ ਰਹਿੰਦੀ ਹੈ। ਜੋ ਆਪਣੇ ਪਤੀ ਦੇ ਪਿਆਰ ਵਿੱਚ ਰਹਿੰਦੀ ਹੈ, ਆਪਣੇ ਧਰਮ ਦੇ ਵਿੱਚ ਰਹਿੰਦੀ ਹੈ, ਤਾਂ ਉਸ ਨੂੰ ਓਨੇ ਸਾਲ ਆਪਣੇ ਪਤੀ ਦੇ ਨਾਲ ਸਵਰਗਾਂ ਵਿੱਚ ਰਹਿਣ ਨੂੰ ਥਾਂ ਮਿਲਦੀ ਹੈ ਜਿੰਨੇ ਰੋਮ ਉਸ ਦੇ ਪਤੀ ਦੇ ਸਰੀਰ ਉੱਤੇ ਹੁੰਦੇ ਹਨ। ਤਾਂ ਸਰੀਰ ਤੇ ਬਹੁਤੇ ਵਾਲਾਂ ਵਾਲਿਆਂ ਬੰਦਿਆਂ ਨੂੰ, ਜਿਨ੍ਹਾਂ ਦੇ ਬਹੁਤ ਸਾਰੇ ਵਾਲ ਹੁੰਦੇ ਸਰੀਰ ਦੇ ਉੱਤੇ, ਉਹਨਾਂ ਨੂੰ ਚੰਗੇ ਮੰਨਿਆ ਜਾਂਦਾ ਹੈ। ਪਤਨੀਆਂ ਵਾਸਤੇ ਚੰਗੇ ਮੰਨਿਆ ਜਾਂਦਾ ਹੈ ਹਿੰਦੂ ਧਰਮ ਦੇ ਵਿੱਚ। ਇਹ ਹਿੰਦੂ ਧਰਮ ਦੀ ਗੱਲ ਕਰਦੇ ਹਾਂ ਆਪਾਂ। ਸਤੀਆਂ ਦੀ ਜਦੋਂ ਗਿਣਤੀ ਕਰਨ ਲੱਗਿਆ ਤਾਂ ਆਪਾਂ ਸਾਰੇ ਪੱਖ ਤੋਂ ਗੱਲ ਕਰੀਏ। ਪਰ ਗੁਰਬਾਣੀ ਨੇ ਐਸੀ ਸਤੀ ਦਾ ਖੰਡਨ ਕੀਤਾ, ਜੋ ਮੜੀਆਂ ਦੇ ਨਾਲ ਲੱਗ ਕੇ ਜਲਦੀਆਂ, ਜੋ ਆਪਣੇ ਪਤੀ ਦੇ ਨਾਲ ਉਹਨੇ ਸਾਰੀ ਸਰਗਾਂ 'ਚ ਰਹਿ ਸਕਦੀਆਂ ਜਿੰਨੇ ਉਹਦੇ ਸਰੀਰ ਤੇ ਵਾਲ। ਤੇ ਕਈਆਂ ਦੇ ਵਾਲ ਹੀ ਨਹੀਂ ਹੁੰਦੇ, ਫਿਰ ਪਤਨੀ ਕਿੱਥੇ ਜਾਊਗੀ? ਉਹ ਸਵਰਗਾਂ 'ਚ ਨਹੀਂ ਜਾਊਗੀ ਆਪਦੇ ਪਤੀ ਨਾਲ। ਕਈਆਂ ਦੇ ਸਰੀਰ ਦੇ ਉੱਤੇ ਵਾਲ ਹੀ ਨਹੀਂ ਹੁੰਦੇਗੇ ਸਿਰ ਤੋਂ ਬਿਨਾਂ, ਕਈਆਂ ਦੇ ਮੁੱਛਾਂ ਹੀ ਨਹੀਂ ਆਉਂਦੀਆਂ, ਕਈਆਂ ਦੇ ਦਾੜੀ ਨਹੀਂ ਆਉਂਦੀ ਬੰਦਿਆਂ ਦੇ, ਤੇ ਉਹ ਕਿੱਥੇ ਜਾਣਗੀਆਂ ਵਿਚਾਰੀਆਂ। ਸੋ ਇਹ ਹਿੰਦੂ ਮਤ ਦਾ ਵਿਚਾਰ ਹੈ, ਬਟ ਉਹ ਆਪਣੀ ਜਗ੍ਹਾ ਤੇ ਉਹਨਾਂ ਦੇ ਲੇਖ ਸਿਰਲੇਖ, ਵੇਦਾਂ ਦਾ ਵਿਚਾਰ, ਸ਼ਾਸਤਰਾਂ ਦਾ ਵਿਚਾਰ, ਸਿਮਰਤੀਆਂ ਦੇ ਜੋ ਵੀ ਉਹਨਾਂ ਦੇ ਵਿਚਾਰ ਹਨ, ਉਹ ਆਪਣੀ ਜਗ੍ਹਾ ਤੇ ਮੁਬਾਰਕ ਆ। ਪਰ ਗੁਰਬਾਣੀ ਨੇ ਐਸੀ ਸਤੀ ਦਾ ਖੰਡਨ ਕੀਤਾ। ਗੁਰਬਾਣੀ ਕਹਿੰਦੀ, ਸਤੀਆ ਇਹ ਨਾ ਆਖੀਆਂ ਜੋ ਮੜੀਆਂ ਲੱਗ ਜਲਾਨਾ, ਨਾਨਕ ਸਤੀਆ ਜਾਣੀਆਂ ਜੇ ਬਿਰਹੇ ਚੋਟ ਮਰਾਨਾ। ਗੁਰੂ ਜੀ ਕਹਿੰਦੇ ਗੁਰਬਾਣੀ ਵਿੱਚ, ਕਹਿੰਦੇ ਉਹ ਹੀ ਅਸਲੀ ਸਤੀ ਹਨ। ਉਹ ਇਸਤਰੀਆਂ ਅਸਲੀ ਸਤੀ ਹਨ ਜਿਹੜੀਆਂ ਆਪਣੇ ਪਤੀ ਦੇ ਪਿਆਰ ਵਿੱਚ ਹਮੇਸ਼ਾ ਹੀ ਡੁੱਬੀਆਂ ਤੇ ਗਵਾਚੀਆਂ ਰਹਿੰਦੀਆਂ ਹਨ, ਜੋ ਆਪਣੇ ਪਤੀ ਤੋਂ ਬਿਨਾਂ ਇੱਕ ਪਲ ਵੀ ਨਹੀਂ ਸਹਾਰਦੀਆਂ। ਉਹ ਸਤੀ ਮੰਨੀ ਜਾਂਦੇ। ਜਿਵੇਂ ਭਗਤ ਜੈਦੇਵ ਜੀ ਦੀ ਗਾਥਾ ਆਉਂਦੀ ਆ, ਗਾਥਾ ਲੰਬੀ ਥੋੜੀ ਜਿਹੀ ਆਪਾਂ ਸ਼ਾਰਟ ਦੇ ਵਿੱਚ ਹੀ ਕਰ ਲੈਂਦੇ ਆ। ਭਗਤ ਜੈਦੇਵ ਦੀ ਜਿਹੜੀ ਪਤਨੀ ਸੀ, ਉਹ ਬਹੁਤ ਹੀ ਆਪਣੇ ਪਤੀ ਨੂੰ ਪਿਆਰ ਕਰਨ ਵਾਲੀ ਸਤੀ ਮੰਨੀ ਗਈ ਸੀਗੀ, ਤੇ ਉਹ ਪਤੀਵਰਤਾ ਧਰਮ ਦੀ ਤੇ ਆਪਣੇ ਪਤੀ ਦੀ ਬਹੁਤ ਵਡਿਆਈ ਕਰਦੀ ਰਹਿੰਦੀ ਸੀ। ਇੱਕ ਵਾਰ ਉਹਨਾਂ ਨੂੰ ਰਾਜੇ ਦੇ ਕੋਲ ਆਪਣੇ ਪਤੀ ਸਮੇਤ, ਜੈਦੇਵ ਜੀ ਨੂੰ ਆਪਣੀ ਪਤਨੀ ਸਮੇਤ ਰਹਿਣ ਦਾ ਮੌਕਾ ਮਿਲਿਆ। ਰਾਣੀ ਨੂੰ ਹਰ ਵਾਰ ਹਰ ਰੋਜ਼ ਉਹ ਇਸ ਤਰ੍ਹਾਂ ਦੇ ਵਿਚਾਰ ਸੁਣਾਉਂਦੀ ਰਹਿੰਦੀ ਸੀ, ਜੈਦੇਵ ਦੀ ਵਾਈਫ, ਕਿ ਪਤੀ ਧਰਮ ਇਸ ਤਰ੍ਹਾਂ ਦਾ ਹੁੰਦਾ ਹੈ, ਪਤਨੀ ਇਸ ਤਰ੍ਹਾਂ ਦੀ ਹੁੰਦੀ ਹੈ। ਜਿਹੜੀ ਸੱਚੀ ਪਤਨੀ ਹੁੰਦੀ ਹੈ, ਉਹ ਆਪਣੇ ਪਤੀ ਦੀ ਮੌਤ ਸੁਣ ਕੇ ਉਦੋਂ ਹੀ ਆਪਣੇ ਸਾਹ ਤਿਆਗ ਦਿੰਦੀ, ਪ੍ਰਾਣ ਤਿਆਗ ਦਿੰਦੀ ਹੈ। ਸੱਚਾ ਪਿਆਰ ਇਹੀ ਹੁੰਦਾ। ਸੋ ਉਸਨੇ ਇੱਕ ਦਿਨ ਆਪਣੇ ਪਤੀ ਨੂੰ, ਰਾਜੇ ਨੂੰ ਕਹਿ ਕੇ ਕਿ ਰਾਜੇ ਨੂੰ ਆਖਿਆ, ਤੂੰ ਇਹਨਾਂ ਨੂੰ ਜੰਗਲ ਵਿੱਚ ਲੈ ਕੇ ਜਾ, ਫਿਰ ਝੂਠੀ ਖਬਰ ਭੇਜੀ ਕਿ ਜੈਦੇਵ ਭਗਤ ਨੂੰ ਸ਼ੇਰ ਖਾ ਗਿਆ ਤੇ ਉਹ ਮਰ ਗਏ ਹਨ। ਤੇ ਫਿਰ ਮੈਂ ਦੇਖਾਂਗੀ ਵੀ ਜਿਸ ਤਰ੍ਹਾਂ ਦੀਆਂ ਜੈਦੇਵ ਦੀ ਪਤਨੀ ਗੱਲਾਂ ਕਰਦੀ ਹੈ ਕਿ ਸੱਚਮੁੱਚ ਹੀ ਉਹ ਆਪਣੇ ਪਤੀ ਦੀ ਮੌਤ ਤੋਂ ਬਾਅਦ ਆਪਣੇ ਸਰੀਰ ਦਾ ਤਿਆਗ ਕਰ ਦੇਵੇਗੀ। ਇਸ ਤਰ੍ਹਾਂ ਹੀ ਹੋਇਆ। ਤਾਂ ਕਿਸੇ ਨੇ ਆ ਕੇ ਦੱਸਿਆ ਕਿ ਰਾਜੇ ਦੇ ਨਾਲ ਗਏ ਹੋਏ ਜੈਦੇਵ ਭਗਤ ਜੀ ਨੂੰ ਜੰਗਲ ਵਿੱਚੋਂ ਸ਼ੇਰ ਨੇ ਖਾ ਲਿਆ ਤੇ ਉਹ ਸਰੀਰ ਤਿਆਗ ਗਏ ਹਨ। ਤਾਂ ਉਸੇ ਸਮੇਂ ਜਦ ਉਸ ਦੀ ਪਤਨੀ ਨੇ ਸੁਣਿਆ, ਜੈਦੇਵ ਜੀ ਦੀ ਨੇ, ਤਾਂ ਉਹਨਾਂ ਨੇ ਆਪਣੇ ਸਰੀਰ ਦਾ ਉਸੇ ਸਮੇਂ ਤਿਆਗ ਕਰ ਦਿੱਤਾ। ਪਰਮਾਤਮਾ ਅੱਗੇ ਅਰਦਾਸ ਕੀਤੀ, ਹੈ ਪਰਮਾਤਮਾ, ਮੈਂ ਆਪਣੇ ਧਰਮ ਵਿੱਚ ਜੇ ਪਰਪੱਕ ਹਾਂ ਤਾਂ ਮੇਰੇ ਪਤੀ ਦੇ ਨਾਲ ਹੀ ਮੈਨੂੰ ਆਪਣੇ ਪਾਸ ਬੁਲਾ ਲਓ, ਮੈਂ ਇੱਥੇ ਨਹੀਂ ਰਹਿਣਾ। ਤਾਂ ਉਸਨੇ ਆਪਣੇ ਸਰੀਰ ਦਾ ਤਿਆਗ ਕਰਤਾ। ਸੱਚਮੁੱਚ ਜਦੋਂ ਮਰ ਗਈ ਪਤਨੀ ਉਹਨਾਂ ਦੀ, ਤੇ ਰਾਣੀ ਨੇ ਬੜਾ ਰੋਣਾ ਪਿੱਟਣਾ ਕੀਤਾ, ਮੈਂ ਬਹੁਤ ਵੱਡੀ ਗਲਤੀ ਕੀਤੀ, ਪਾਪ ਲਿਆ, ਕਿਉਂਕਿ ਜੈਦੇਵ ਜੀ ਬ੍ਰਾਹਮਣ ਸਨ ਜਾਤੀ ਦੇ, ਤੇ ਉਸ ਸਮੇਂ ਬ੍ਰਾਹਮਣ ਦੀ ਹੱਤਿਆ ਨੂੰ ਬਹੁਤ ਵੱਡਾ ਪਾਪ ਮੰਨਿਆ ਜਾਂਦਾ ਸੀ। ਜਦੋਂ ਜੈਦੇਵ ਜੀ ਰਾਜੇ ਸਮੇਤ ਵਾਪਸ ਆਏ, ਸਾਰੀ ਗੱਲ ਦਾ ਪਤਾ ਲੱਗਿਆ, ਤੇ ਜੈਦੇਵ ਜੀ ਕਹਿੰਦੇ ਕੋਈ ਗੱਲ ਨਹੀਂ, ਚਿੰਤਾ ਕਰਨ ਵਾਲੀ ਕੋਈ ਗੱਲ ਨਹੀਂ ਆ, ਤੁਸੀਂ ਆਰਾਮ ਦੇ ਨਾਲ ਬੈਠੋ। ਤਾਂ ਜਦ ਮੇਰੀ ਪਤਨੀ ਮੈਨੂੰ ਸਵਰਗਾਂ ਦੇ ਵਿੱਚ ਨਾ ਪਾਊਗੀ, ਉੱਥੇ ਜਦੋਂ ਮੈਨੂੰ ਨਾ ਦੇਖਿਆ ਤੇ ਆਪੇ ਵਾਪਸ ਆ ਜਾਊਗੀ।
ਤਾਂ ਉਸੇ ਤਰ੍ਹਾਂ ਹੀ ਹੋਇਆ। ਥੋੜ੍ਹੀ ਦੇਰ ਬਾਅਦ ਉਸ ਦੇ ਸਰੀਰ ਵਿੱਚ ਪ੍ਰਾਣ ਵਾਪਸ ਆ ਗਏ। ਤਾਂ ਉਸ ਦੀ ਪਤਨੀ ਨੇ ਜੈਦੇਵ ਜੀ ਨੂੰ ਕਿਹਾ, ਹੇ ਸਵਾਮੀ ਜੀ, ਮੈਂ ਤਾਂ ਤੁਹਾਨੂੰ ਬਹੁਤ ਸਾਰੇ ਥਾਂ ਤੇ ਭਾਲ ਕੇ ਆਈ ਹਾਂ, ਉੱਥੇ ਸਵਰਗਾਂ ਵਿੱਚ ਤੁਸੀਂ ਮੈਨੂੰ ਮਿਲੇ ਨਹੀਂ, ਫਿਰ ਮੈਂ ਵਾਪਸ ਆ ਗਈ। ਸੋ ਇਹ ਪਿਆਰ ਦੀ ਗੱਲ ਹੈ, ਸੱਤ ਦੀ ਗੱਲ ਹੈ, ਧਰਮ ਦੀ ਗੱਲ ਹੈ। ਤਾਂ ਗੁਰੂ ਜੀ ਕਹਿੰਦੇ ਹਨ ਕਿ ਨਾਨਕ ਸਤੀਆ ਜਾਣੀਅਨ ਜੇ ਬਿਰਹੇ ਚੋਟ ਮਰਨ। ਜਿਹੜੀ ਵਿਛੋੜੇ ਦੀ ਗੱਲ ਸੁਣ ਕੇ ਮਰ ਜਾਂਦੀਆਂ ਹਨ, ਉਹੀ ਅਸਲੀ ਸਤੀਆਂ ਜਾਣੀਏ। ਮਰਿਆਂ ਦੇ ਨਾਲ ਜਿਉਂਦੀਆਂ ਸੜ ਜਾਣਾ ਕੋਈ ਸਤੀ ਧਰਮ ਨਹੀਂ ਹੁੰਦਾਗਾ। ਤਾਂ ਇਸ ਤਰ੍ਹਾਂ ਦੇ ਨਾਲ ਬ੍ਰਹਮ ਸਮਾਜ ਦੇ ਆਗੂ ਰਾਜਾ ਰਾਮ ਮੋਹਨ ਰਾਏ ਦੇ ਕਹਿਣ ਤੇ ਇੱਕ ਅੰਗਰੇਜ਼ ਜੱਜ ਲਾਰਡ ਬੈਂਟਕ ਨੇ 7 ਦਸੰਬਰ 1829 ਨੂੰ ਸਤੀ ਪ੍ਰਥਾ ਦੇ ਵਿਰੁੱਧ ਕਾਨੂੰਨ ਪਾਸ ਕੀਤਾ ਸੀ, ਜੋ 1847 ਦੇ ਵਿੱਚ ਪੂਰੇ ਦੇਸ਼ ਵਿੱਚ ਸਰਕਾਰੀ ਤੌਰ ਉੱਤੇ ਲਾਗੂ ਹੋਇਆ ਸੀ। ਪਰ ਸਿੱਖ ਗੁਰੂ ਅਮਰਦਾਸ ਜੀ ਨੇ 25 ਮਾਰਚ 1552 ਦੇ ਵਿੱਚ ਗੁਰਤਾ ਉੱਪਰ ਬੈਠਣ ਤੋਂ ਬਾਅਦ ਹੀ ਪ੍ਰਥਾ ਦਾ ਪੂਰੇ ਜ਼ੋਰ ਉੱਤੇ ਇਸ ਦਾ ਖੰਡਨ ਕੀਤਾ ਸੀ। ਗੁਰੂ ਅਮਰਦਾਸ ਜੀ ਨੇ ਗੁਰਗੱਦੀ ਤੇ ਬੈਠਦਿਆਂ ਸਾਰ ਹੀ ਇਸ ਚੀਜ਼ ਦੇ ਉੱਪਰ ਪੂਰਾ ਜ਼ੋਰ ਦਿੱਤਾ, ਇਸ ਦਾ ਪ੍ਰਚਾਰ ਕੀਤਾ ਕਿ ਸਤੀ ਪ੍ਰਥਾ ਜੋ ਹੈ ਇਹ ਬੰਦ ਕੀਤੀ ਜਾਵੇ। ਗੁਰੂ ਅਮਰਦਾਸ ਜੀ ਨੇ ਇਸ ਦਾ ਖੰਡਨ ਕੀਤਾ ਤੇ ਬਹੁਤੇ ਲੋਕਾਂ ਨੇ ਗੁਰੂ ਜੀ ਦੀ ਗੱਲ ਨੂੰ ਮੰਨ ਕੇ ਉਦੋਂ ਤੋਂ ਹੀ ਸਤੀ ਪ੍ਰਥਾ ਨੂੰ ਬੰਦ ਕਰ ਦਿੱਤਾ ਸੀ। ਤੇ ਗੁਰੂ ਜੀ ਦੇ ਇਹਨਾਂ ਵਿਚਾਰਾਂ ਨੂੰ ਫਿਰ ਹੌਲੀ ਹੌਲੀ ਚੱਲਦਿਆਂ ਹੋਇਆਂ ਬ੍ਰਾਹਮਣ ਸਮਾਜ ਦੇ ਜੋ ਆਗੂ ਸਨ, 1847 ਦੇ ਵਿੱਚ ਆ ਕੇ 1829 ਦੇ ਵਿੱਚ ਆ ਕੇ ਬ੍ਰਾਹਮਣ ਸਮਾਜ ਦੇ ਜੋ ਰਾਮ ਮੋਹਨ ਜੀ ਹੋਏ ਹਨ, ਰਾਜਾ ਹੋਏ ਆ ਉਹ, ਤਾਂ ਉਹਨਾਂ ਨੇ ਗੁਰੂ ਜੀ ਦੇ ਵਿਚਾਰਾਂ ਨਾਲ ਸਹਿਮਤ ਹੋ ਕੇ ਗੱਲ ਨੂੰ ਮੰਨਿਆ ਤੇ ਉਹਨਾਂ ਨੇ ਕਿਹਾ ਕਿ ਇਹ ਪੂਰੇ ਦੇਸ਼ 'ਚ ਬੰਦ ਹੋਣੀ ਚਾਹੀਦੀ। ਗੁਰੂ ਸਾਹਿਬ ਦੀ ਜੋ ਗੱਲ ਹੈ ਸਹੀ ਆ। ਤਾਂ ਉਹਨਾਂ ਨੇ ਅੰਗਰੇਜ਼ਾਂ ਦਾ ਉਸ ਟਾਈਮ ਰਾਜ ਚੱਲਦਾ ਸੀਗਾ, ਉਹਨਾਂ ਨੇ ਅੰਗਰੇਜ਼ਾਂ ਨੂੰ ਦਰਖਾਸਤ ਦੇ ਕੇ ਤਾਂ ਇਹ ਕਾਨੂੰਨ ਪਾਸ ਕਰਵਾ ਲਿਆ ਕਿ ਇੰਡੀਆ ਦੇ ਵਿੱਚ ਕਿਸੇ ਵੀ ਇਸਤਰੀ ਨੂੰ ਉਸਦੇ ਮਰੇ ਹੋਏ ਪਤੀ ਦੇ ਨਾਲ ਜਿਉਂਦਾ ਨਾ ਸਾੜਿਆ ਜਾਵੇ। ਤਾਂ ਇਹ ਕਾਨੂੰਨ ਗੌਰਮੈਂਟ ਵੱਲੋਂ 1829 ਦੇ ਵਿੱਚ ਪਾਸ ਹੋਇਆ ਸੀਗਾ, ਬਟ 1847 ਦੇ ਵਿੱਚ ਜਾ ਕੇ ਪੂਰੇ ਦੇਸ਼ ਦੇ ਵਿੱਚ ਲਾਗੂ ਹੋ ਗਿਆ ਸੀ। ਤੇ ਪਰ ਸਾਡੇ ਗੁਰੂਆਂ ਨੇ ਇਹ ਬਹੁਤ 1500 ਦੇ ਵਿੱਚ ਹੀ 1552 ਚ ਹੀ ਗੱਲ ਲਾਗੂ ਕਰ ਦਿੱਤੀ ਸਾਡੇ ਸਿੱਖਾਂ ਦੇ ਵਿੱਚ। ਗਾਵਨ ਪੰਡਤ ਪੜਨ ਰਖੀਸਰ, ਜੁਗ ਜੁਗ ਵੇਦਾ ਨਾਲੇ। ਸੋ ਰਖੀਸਰ ਦੇ ਉੱਤੇ ਵਿਸ਼ਰਾਮ ਆਊਗਾ। ਗਾਵਨ ਪੰਡਤ ਪੜਨ ਰਖੀਸਰ ਵਿਸ਼ਰਾਮ, ਜੁਗ ਜੁਗ ਵੇਦਾ ਨਾਲੇ। ਇਸ ਤਰ੍ਹਾਂ ਉਚਾਰਨ ਠੀਕ ਹੈ ਦਾ ਰਖੀਸਰ ਦੇ ਉੱਪਰ ਵਿਸ਼ਰਾਮ ਦੇਣਾ, ਥੋੜਾ ਜਿਹਾ ਰੁਕਣਾ ਹੁੰਦਾ। ਇਸ ਦਾ ਅਰਥ ਹੈ ਸਾਰੇ ਯੁਗਾਂ ਦੇ ਵੇਦਾਂ ਤੇ ਗ੍ਰੰਥਾਂ ਨੂੰ ਪੜ੍ਹਨ ਵਾਲੇ ਤੇ ਵਿਚਾਰਨ ਵਾਲੇ ਪੰਡਤ ਵਸ਼ਿਸ਼ਟ ਤੇ ਵਿਆਸ ਜੀ, 7 ਰਿਸ਼ੀ ਮੁਨੀ ਤੇ ਵਿਦਿਆਰਥੀ ਸਾਰੇ ਤੈਨੂੰ ਗਾਉਂਦੇ ਹਨ। ਰਖੀਸਰ ਮਤਲਬ ਰਿਸ਼ੀ ਮੁਨੀ, ਪੰਡਤ ਮਤਲਬ ਵਸ਼ਿਸ਼ਟ ਤੇ ਵਿਆਸ ਜੀ, ਤੇ ਪੜਨ ਮਤਲਬ ਹੋ ਗਿਆ ਵਿਦਿਆਰਥੀ ਸਟੂਡੈਂਟਸ। ਇਹ ਸਾਰੇ ਹੀ ਗਾਉਂਦੇ, ਭਾਵੇਂ ਬ੍ਰਾਹਮਣ ਆ, ਵਿਦਵਾਨ ਆ, ਕੋਈ ਭਾਵੇਂ ਦੀ ਕੋਈ ਗੁਰੂ ਆ, ਭਾਵੇਂ ਕੋਈ ਚੇਲਾ। ਠੀਕ ਹੈ ਜੀ। ਸਾਰੇ ਵਾਹਿਗੁਰੂ, ਗੁਰੂ ਨਾਨਕ ਦੇਵ ਜੀ ਕਹਿੰਦੇ ਹੈ ਵਾਹਿਗੁਰੂ ਸਾਰੇ ਯੁਗਾਂ ਦੇ ਵਿੱਚ ਤੇ ਸਾਰੇ ਯੁਗਾਂ ਦੇ ਜਿੰਨੇ ਵੀ ਵੇਦ ਧਾਰਮਿਕ ਗ੍ਰੰਥ ਹਨ ਸਾਰੇ ਤੈਨੂੰ ਗਾਉਂਦੇ ਹਨ, ਸਾਰੇ ਬ੍ਰਾਹਮਣ ਪੰਡਤ ਤੈਨੂੰ ਗਾਉਂਦੇ ਹਨ, ਸਾਰੇ ਮੁਨੀ ਤੈਨੂੰ ਗਾਉਂਦੇ ਹਨ, ਸਾਰੇ ਵਿਦਿਆਰਥੀ ਤੈਨੂੰ ਗਾਉਂਦੇ ਹਨ। ਗਾਵੇ ਮੋਹਣੀਆ ਮਨ ਮੋਹਣ, ਸੁਰਗਾ ਮੱਛ ਪਿਆਲੇ। ਸੋ ਮੋਹਣ ਤੇ ਵਿਸ਼ਰਾਮ ਆਊਗਾ। ਗਾਵੇ ਮੋਹਣੀਆ ਮਨ ਮੋਹਨ ਵਿਸ਼ਰਾਮ, ਸੁਰਗਾ ਮੱਛ ਪਿਆਲੇ। ਇਸ ਤਰ੍ਹਾਂ ਦੇ ਨਾਲ। ਸੋ ਇੱਥੇ ਸਾਡੇ ਕੋਲੋਂ ਥੋੜੀ ਜੀ ਸ਼ਾਇਦ ਮੈਨੂੰ ਲੱਗਦਾ ਗਲਤੀ ਹੁੰਦੀ ਹੋਣੀ ਆ। ਅਸੀਂ ਬੋਲਦੇ ਸੁਰਗਾ ਮੱਛ ਪਿਆਲੇ, ਪਿਆਲੇ ਪੱਪੇ ਸਿਹਾਰੀ ਆੜੇ ਕੰਨਾ ਲੱਲੇ ਲਾਵਾਂ ਪਿਆਲੇ। ਇਹ ਜਿਹੜਾ ਪਿਆਲੇ ਹੁੰਦਾ ਨਾ, ਪਿਆਲੇ ਦਾ ਅਰਥ ਹੁੰਦਾ ਪਿਆਲਾ, ਚਾਹ ਪੀਣ ਵਾਲਾ, ਕੌਫੀ ਵਾਲਾ ਮੱਗ, ਚਾਹ ਪੀਣ ਵਾਲੀ ਪਿਆਲੀਆਂ, ਹਨਾ, ਉਹ ਪਿਆਲੇ ਹੁੰਦੇ ਆ। ਉਹ ਪਿਆਲੇ ਨਹੀਂ ਬੋਲਣਾ, ਪਿਆਲੇ, ਪੱਪਾ ਈੜੀ ਸਿਹਾਰੀ ਆੜੇ ਕੰਨਾ ਲੱਲੇ ਲਾਵਾਂ ਪਿਆਲੇ, ਪਿਆਲੇ, ਇਸ ਤਰ੍ਹਾਂ ਬੋਲਣਾ।
ਗਾਵੇ ਮੋਹਣੀਆਂ ਮਨ ਮੋਹਨ ਸੁਰਗਾ ਮੱਛ ਪਿਆਲੇ। ਇਸ ਤਰ੍ਹਾਂ ਇਸ ਦਾ ਅਰਥ ਹੈ ਮੋਹਣੀਆਂ ਮਨ ਮੋਹਨ। ਮੋਹਣੀਆਂ ਦਾ ਮਤਲਬ ਹੋ ਗਿਆ ਸੁੰਦਰ ਇਸਤਰੀਆਂ। ਮਨ ਮੋਹਨ ਦਾ ਮਤਲਬ ਹੋ ਗਿਆ ਮਨ ਨੂੰ ਮੋਹ ਲੈਣ ਵਾਲੀਆਂ, ਜੋ ਬੰਦੇ ਨੂੰ ਦੇਖਦੇ ਸਾਰੀ ਬੰਦੇ ਨੂੰ ਮੋਹ ਲੈਂਦੀਆਂ, ਉਹਦੇ ਵੱਸ 'ਚ ਕਰ ਲੈਂਦੀਆਂ, ਸੁੰਦਰ ਇਸਤਰੀਆਂ। ਗਾਵੇ ਮੋਹਣੀਆਂ ਮਨ ਮੋਹਨ ਸੁੰਦਰ ਇਸਤਰੀਆਂ ਜੋ ਸਵਰਗਾਂ ਵਿੱਚ, ਸਵਰਗ ਲੋਕ ਦੇ ਵਿੱਚ ਰਹਿੰਦੀਆਂ, ਮਾਤ ਲੋਕ ਵਿੱਚ ਵੀ ਰਹਿੰਦੀਆਂ। ਸੁੰਦਰ ਇਸਤਰੀਆਂ ਜੋ ਮਾਤ ਲੋਕ ਵਿੱਚ, ਸਵਰਗ ਲੋਕ ਵਿੱਚ, ਪਤਾਲ ਲੋਕ ਵਿੱਚ ਰਹਿੰਦੀਆਂ ਹਨ, ਹਰ ਥਾਂ ਮਨੁੱਖ ਦੇ ਮਨ ਨੂੰ ਮੋਹ ਲੈਂਦੀਆਂ ਹਨ। ਉਹ ਵੀ ਤੈਨੂੰ ਗਾ ਰਹੀਆਂ ਹਨ ਵਾਹਿਗੁਰੂ, ਉਹ ਵੀ ਤੈਨੂੰ ਗਾਉਂਦੀਆਂ। ਮਨ ਨੂੰ ਮੋਹ ਲੈਣ ਵਾਲੀਆਂ ਪਰੀਆਂ, ਸਵਰਗਾਂ ਵਿੱਚ ਮਾਤ ਲੋਕ ਵਿੱਚ ਰਹਿਣ ਵਾਲੀਆਂ ਸੁੰਦਰ ਇਸਤਰੀਆਂ, ਧਰਤੀ ਅੰਦਰ ਪਤਾਲ ਵਿੱਚ ਰਹਿਣ ਵਾਲੀਆਂ ਜਲ ਪਰੀਆਂ, ਜਿਸ ਨੂੰ ਮਰਮੇਡ ਕਹਿੰਦੇ ਹਾਂ ਅਸੀਂ, ਹਨਾ। ਮਰਮੇਡ ਦੀਆਂ ਕਿੰਨੀਆਂ ਸਟੋਰੀਜ਼ ਹੈਗੀਆਂ। ਸੋ ਮਰਮੇਡ ਜਲ ਵਿੱਚ ਰਹਿਣ ਵਾਲੀਆਂ ਸੁੰਦਰ ਇਸਤਰੀਆਂ, ਧਰਤੀ ਤੇ ਰਹਿਣ ਵਾਲੀਆਂ ਸੁੰਦਰ ਇਸਤਰੀਆਂ, ਸਵਰਗ ਲੋਕ ਵਿੱਚ ਰਹਿਣ ਵਾਲੀਆਂ ਸੁੰਦਰ ਪਰੀਆਂ, ਇਹ ਸਾਰੇ ਹੀ ਤੈਨੂੰ ਗਾਉਂਦੇ ਆ। ਸੁਰਗਾ ਸਵਰਗ ਮੱਛ ਪਾਣੀ ਦੇ ਅੰਦਰ ਪਿਆਲੇ ਇਸ ਧਰਤੀ ਦੇ ਉੱਪਰ, ਇਹ ਸਾਰੀਆਂ ਇਸਤਰੀਆਂ, ਤਿੰਨੇ ਲੋਕਾਂ ਦੀਆਂ ਇਸਤਰੀਆਂ ਤੈਨੂੰ ਗਾਉਂਦੀਆਂ ਹਨ। ਗਾਵਨ ਰਤਨ ਉਪਾਏ ਤੇਰੇ 68 ਤੀਰਥ ਨਾਲੇ। ਇੱਥੇ ਤੇਰੇ ਦੇ ਉੱਤੇ ਵਿਸ਼ਰਾਮ ਆਊਗਾ। ਗਾਵਨ ਰਤਨ ਉਪਾਏ ਤੇਰੇ ਵਿਸ਼ਰਾਮ। 68 ਤੀਰਥ ਨਾਲੇ। 68 ਤੀਰਥ ਨਾਲੇ ਨਹੀਂ ਕਹਿਣਾ, 68 ਤੀਰਥ ਨਾਲੇ ਐ ਨਹੀਂ ਕਹਿਣਾਗਾ। ਨਾਲੇ ਮਤਲਬ ਕਿ ਵਿਦ ਨਾਲ, ਓਕੇ। ਬਟ ਅਸੀਂ ਇਸ ਨੂੰ ਨਾਲੇ ਵਾਂਗੂ ਸਾਊਂਡ ਕਰਾਂਗੇ, ਨਹਾਉਣ ਵਾਂਗੂ। ਨਾਲੇ 68 ਤੀਰਥਾਂ ਤੇ ਨਹਾਉਣਾ, ਓਕੇ। ਗਾਵਨ ਰਤਨ ਉਪਾਏ ਤੇਰੇ 68 ਤੀਰਥ ਨਾਲੇ, ਇਸ ਤਰ੍ਹਾਂ ਉਚਾਰਨ ਕਰਨਾ ਇਹਦਾ। ਗੁਰੂ ਜੀ ਕਹਿੰਦੇ ਤੇਰੇ ਬਣਾਏ ਹੋਏ ਕਈ ਪਦਾਰਥ ਤੇ ਰਤਨ, ਰਤਨ ਜੋ ਸਟੋਨਸ ਹਨ ਸਮੁੰਦਰ ਦੇ ਅੰਦਰ, ਰਤਨ ਜਿਵੇਂ ਰੂਬੀ ਹੀਰਾ ਡਾਇਮੰਡ ਜਿਹੜਾ ਹੁੰਦਾ, ਹੋਰ ਪੁਖਰਾਜ ਹੋ ਗਿਆ, ਜਿੰਨੇ ਵੀ ਰਤਨ ਹਨ ਤੇਰੇ ਬਣਾਏ ਹੋਏ ਕਈ ਪਦਾਰਥ ਤੇ ਰਤਨ, ਅਤੇ ਯਾਤਰਾ ਕਰਨ ਵਾਲੇ ਗੰਗਾ ਜਮਨਾ ਸਰਸਵਤੀ ਤੇ ਰੁਦਰ ਪ੍ਰਯਾਗ ਤੇ 68 ਤੀਰਥ, ਇਹ ਵੀ ਤੇਰਾ ਜਸ ਗਾਉਂਦੇ ਆ। ਜਿਨ੍ਹਾਂ ਤੀਰਥਾਂ ਤੇ ਲੋਕ ਨਹਾਉਣ ਜਾਂਦੇ ਆ, ਨਾਲੇ ਮਤਲਬ ਜਿਨ੍ਹਾਂ 68 ਤੀਰਥਾਂ ਦੇ ਉੱਪਰ ਲੋਕ ਨਹਾਉਣ ਜਾਂਦੇ ਹਨ, ਉਹ 68 ਤੀਰਥ ਵੀ ਤੇਰਾ ਜਸ ਗਾਉਂਦੇ ਆ ਵਾਹਿਗੁਰੂ ਜੀ। ਗਾਵੇ ਜੋਧ ਮਹਾਬਲ ਸੂਰਾ, ਗਾਵੇ ਖਾਣੀ ਚਾਰੇ। ਸੂਰਾ ਤੇ ਵਿਸ਼ਰਾਮ ਆਊਗਾ, ਸੂਰਾ। ਗਾਵੇ ਜੋਧ ਮਹਾਬਲ ਸੂਰਾ ਵਿਸ਼ਰਾਮ। ਗਾਵੇ ਖਾਣੀ ਚਾਰੇ, ਇਸ ਤਰ੍ਹਾਂ। ਸੋ ਇਸ ਦਾ ਅਰਥ ਹੈ ਜੋਧ ਦਾ ਮਤਲਬ ਹੋ ਗਿਆ ਜੋਧੇ, ਮਹਾਬਲ, ਮਹਾਬਲ ਦਾ ਮਤਲਬ ਹੋ ਗਿਆ ਮਹਾਬਲੀ, ਸੂਰਮੇ। ਸੂਰਾ ਮਤਲਬ ਹੋ ਗਿਆ ਸੂਰਮੇ, ਜੋਧ ਮਤਲਬ ਜੋਧੇ, ਮਹਾਬਲ ਹੋ ਗਿਆ ਮਹਾਬਲੀ, ਤੇ ਸੂਰਾ ਮਤਲਬ ਹੋ ਗਿਆ ਸੂਰਮੇ। ਇਹ ਸਾਰੇ ਤੈਨੂੰ ਗਾਉਂਦੇ ਹਨ ਵਾਹਿਗੁਰੂ ਜੀ। ਜੋਧੇ ਵੀ ਤੈਨੂੰ ਗਾਉਂਦੇ, ਮਹਾਬਲੀ ਵੀ ਤੈਨੂੰ ਗਾਉਂਦੇ ਹਨ, ਸੂਰਮੇ ਵੀ ਤੈਨੂੰ ਗਾਉਂਦੇ ਹਨ। ਗਾਵੇ ਖਾਣੀ ਚਾਰੇ ਮਤਲਬ ਚਾਰੇ ਖਾਣੀਆਂ ਦੇ ਜੀਵ ਵੀ ਤੈਨੂੰ ਗਾਉਂਦੇ ਹਨ। ਸੋ ਜੋਧਾ, ਜੋਧਾ ਕਿਸ ਨੂੰ ਕਹਿੰਦੇ? ਜੋਧਾ ਉਹ ਜੋ ਕਈਆਂ ਨਾਲ ਇਕੱਲਾ ਲੜਾਈ ਕਰੇ। ਮਹਾਬਲੀ ਉਹ ਜੋ ਹਜ਼ਾਰਾਂ ਨਾਲ ਇਕੱਲਾ ਲੜੇ, ਜਿਸ ਕੋਲ ਈਸ਼ਵਰੀ ਸ਼ਕਤੀ ਦਾ ਵਰ ਵੀ ਹੁੰਦਾ, ਉਹਨੂੰ ਮਹਾਬਲੀ ਕਹਿੰਦੇ ਆ। ਅੱਜ ਮੈਂ ਪਿੱਛੇ ਜਿਹੀ ਫਿਲਮ ਆਈ ਸੀ ਬਾਹੂਬਲੀ, ਉਹਨੂੰ ਵਰ ਵੀ ਸੀਗਾ ਤੇ ਤਾਕਤਵਰ ਵੀ ਸੀ ਉਹ। ਇਸ ਤਰ੍ਹਾਂ ਦੇ ਮਹਾਬਲੀ ਜੋ ਹੁੰਦੇ ਹਨ, ਜੋ ਤਾਕਤਵਰ ਵੀ ਹੁੰਦੇ ਹਨ, ਤੇ ਉਹਨਾਂ ਨੂੰ ਪ੍ਰਮਾਤਮਾ ਦੀਆਂ ਸ਼ਕਤੀਆਂ ਦਾ, ਦੇਵੀ ਦੇਵਤਿਆਂ ਦਾ ਵਰ ਵੀ ਮਿਲਿਆ ਹੁੰਦਾ, ਉਹਨੂੰ ਮਹਾਬਲੀ ਕਹਿੰਦੇ ਆ। ਸੂਰਮਾ ਉਹ ਜੋ ਸਾਰੀਆਂ ਸ਼ਕਤੀਆਂ ਦਾ ਮਾਲਕ ਹੁੰਦਾ, ਤੇ ਉਸ ਦੇ ਕੋਲੋਂ ਮੌਤ ਵੀ ਡਰਦੀ ਹੈ, ਜਿਵੇਂ ਬਾਬਾ ਦੀਪ ਸਿੰਘ ਜੀ। ਇਹ ਯੋਧਾ ਤੇ ਮਹਾਬਲੀਆਂ ਤੋਂ ਵੀ ਵੱਡੇ ਸੂਰਮੇ ਸਨ। ਉਹ ਉਹਨਾਂ ਕੋਲ ਮਾਲਕ ਦੀਆਂ ਦਿੱਤੀਆਂ ਹੋਈਆਂ ਸਾਰੀਆਂ ਸ਼ਕਤੀਆਂ ਸਨ, ਉਹਨਾਂ ਕੋਲੋਂ ਮੌਤ ਵੀ ਡਰਦੀ ਸੀ, ਜਿਵੇਂ ਬਾਬਾ ਦੀਪ ਸਿੰਘ ਜੀ, ਭਾਈ ਮਨੀ ਸਿੰਘ ਜੀ, ਭਾਈ ਮਤੀ ਦਾਸ ਜੀ। ਇਹਨਾਂ ਨਾਲੋਂ ਵੱਡਾ ਸੂਰਮਾ ਹਲੇ ਤੱਕ ਦੁਨੀਆ ਤੇ ਨਹੀਂ ਹੋਇਆ। ਸੋ ਦੂਸਰਾ ਅਰਥ ਇਹਦਾ ਬਣਾਵਾਂਗੇ, ਯੋਧਾ ਉਹ ਜਿਸ ਨੇ ਮਨ ਨੂੰ ਜਿੱਤਿਆ ਹੁੰਦਾ ਹੈ, ਮਹਾਬਲੀ ਉਹ ਜਿਸ ਨੇ ਵਿਕਾਰਾਂ ਅਤੇ ਇੰਦਰੀਆਂ ਨੂੰ ਜਿੱਤਿਆ ਹੁੰਦਾ ਹੈ।
ਸੂਰਮਾ ਉਹ ਜਿਸ ਨੇ ਨਾਮ ਸਿਮਰਨ ਰਾਹੀਂ ਮਨ ਅਤੇ ਇੰਦਰੀਆਂ ਨੂੰ ਜਿੱਤ ਕੇ ਪ੍ਰਮਾਤਮਾ ਦੀ ਪ੍ਰਾਪਤੀ ਕਰ ਲਈ ਹੁੰਦੀ ਹੈ। ਇਸ ਤਰ੍ਹਾਂ ਦੋ ਅਰਥ ਬਣ ਗਏ ਨਾ, ਬਾਹਰੀ ਅਰਥ ਹੋ ਗਏ, ਅੰਤਰੀ ਭਾਵ ਅਰਥ ਹੋ ਗਏ। ਤੇ ਅੱਗੇ ਆਉਂਦਾ ਗਾਵੇ ਖਾਣੀ ਚਾਰੀ। ਖਾਣੀ ਦਾ ਚਾਰ ਤਰ੍ਹਾਂ ਦੀਆਂ ਖਾਣੀਆਂ ਮੰਨੀਆਂ ਗਈਆਂ ਹਨ। ਅੰਡਜ, ਜੇਰਜ, ਸੇਤਜ, ਉਤਪੁਜ, ਚਾਰ ਖਾਣੀਆਂ। ਖਾਣੀ ਚਾਰੇ, ਚਾਰੇ ਖਾਣੀਆਂ ਵੀ ਵਾਹਿਗੁਰੂ ਤੇਰਾ ਨਾਮ ਜਪਦੀਆਂ ਹਨ। ਸੋ ਚਾਰੇ ਖਾਣੀਆਂ ਕਿਹੜੀਆਂ ਹਨ? ਅੰਡਜ, ਜੇਰਜ, ਸੇਤਜ, ਉਤਪੁਜ। ਅੰਡਜ ਮੀਨਸ ਆਂਡਿਆਂ ਵਿੱਚੋਂ ਪੈਦਾ ਹੋਣ ਵਾਲੇ ਜੀਵ, ਜਿਵੇਂ ਮੁਰਗਾ, ਕਬੂਤਰ, ਚਿੜੀ ਆਦਿਕ। ਜੇਰਜ, ਜੇਰਜ ਮੀਨਸ ਪੇਟ ਵਿੱਚੋਂ ਥੈਲੀ ਵਿੱਚ ਪੈਦਾ ਹੋਣ ਵਾਲੇ ਜੀਵ, ਜਿਵੇਂ ਮਨੁੱਖ ਤੇ ਪਸ਼ੂ। ਸੇਤਜ, ਸੇਤਜ ਮੀਨਸ ਭਾਫ ਜਾਂ ਗਰਮੈਸ਼ ਜਾਂ ਸਟੀਮ ਕਹਿ ਲਓ, ਸਟੀਮ ਦੇ ਨਾਲ ਭਾਫ ਨਾਲ ਪੈਦਾ ਹੋਣ ਵਾਲੇ ਜੀਵ, ਜਿਵੇਂ ਮੱਛਰ, ਜੂਆਂ ਅਤੇ ਹੋਰ ਚੀਜ਼ਾਂ। ਉਤਪੁਜ, ਉਤਪੁਜ ਮੀਨਸ ਧਰਤੀ ਦੇ ਅੰਦਰ ਪੱਕਣ ਵਾਲੇ ਫਲ, ਜਿਵੇਂ ਗਾਜਰ, ਮੂਲੀ, ਆਲੂ, ਅਦਰਕ ਅਤੇ ਹੋਰ ਚੀਜ਼ਾਂ। ਇਸ ਤਰ੍ਹਾਂ ਦੈਨ ਗਾਵੇ ਖੰਡ ਮੰਡਲ ਵਰ ਭੰਡਾ, ਕਰ ਕਰ ਰੱਖੇ ਧਾਰੇ। ਵਰ ਭੰਡਾ ਤੇ ਵਿਸ਼ਰਾਮ। ਗਾਵੇ ਖੰਡ ਮੰਡਲ ਵਰ ਭੰਡਾ ਵਿਸ਼ਰਾਮ, ਕਰ ਕਰ ਰੱਖੇ ਧਾਰੇ। ਇਸ ਦਾ ਅਰਥ ਹੈ ਕਿ ਖੰਡ, ਖੰਡ ਦਾ ਅਰਥ ਹੈ ਧਰਤੀ ਦੇ 9 ਟੁਕੜੇ, ਕੰਟਰੀਜ਼ ਹਨਾ। ਪਹਿਲਾਂ ਧਰਤੀ ਦੇ 9 ਟੁਕੜੇ ਮੰਨੇ ਗਏ ਸੀ, ਹੁਣ ਧਰਤੀਆਂ ਹੋਰ ਕੰਟਰੀਜ਼। ਹੁਣ ਅਸੀਂ ਧਰਤੀ ਇਹਨਾਂ ਖੰਡਾਂ ਦੇ ਨਾਲ ਕੰਟਰੀਜ਼ ਨੂੰ ਗਿਣ ਲਓ, ਅਮਰੀਕਾ, ਕੈਨੇਡਾ ਵਗੈਰਾ ਵਗੈਰਾ। ਸੋ ਉਸ ਤਰ੍ਹਾਂ ਭਾਰਤ ਖੰਡ, ਰੁਦਰ ਖੰਡ ਇਤਿਆਦਿਕ ਜੋ ਖੰਡ ਧਰਤੀ ਦੇ ਟੁਕੜੇ ਮੰਨੇ ਗਏ ਸੀ। ਮੰਡਲ ਮੀਨਸ 1000 ਕਿਲੋਮੀਟਰ ਦੇ ਟੁਕੜੇ ਨੂੰ ਮੰਡਲ ਕਿਹਾ ਜਾਂਦਾ। 1000 ਕਿਲੋਮੀਟਰ, 1000 ਕਿਲੋਮੀਟਰ ਜੋ ਧਰਤੀ ਦਾ ਪਾਰਟ ਹੁੰਦਾ ਹੈ ਉਸ ਨੂੰ ਮੰਡਲ ਕਿਹਾ ਜਾਂਦਾ ਵਿਦਵਾਨਾਂ ਦੀ ਮਤ ਅਨੁਸਾਰ। ਵਰਭੰਡਾ, ਵਰਭੰਡਾ ਮੀਨਸ ਅਸਮਾਨੀ ਗ੍ਰਹਿਾਂ ਜਾਂ ਧਰਤੀਆਂ ਵਿੱਚ ਵਸਣ ਵਾਲੇ ਜੀਵ ਜਾਂ ਨਛੱਤਰ, ਉਹਨੂੰ ਕਹਿੰਦੇ ਵਰਭੰਡਾ ਜਾਂ ਵਰਭੰਡ। ਜੋ ਅਸਮਾਨੀ ਗ੍ਰਹਿਾਂ ਜਾਂ ਧਰਤੀਆਂ ਵਿੱਚ ਵਸਣ ਵਾਲੇ ਜੀਵ ਜਾਂ ਨਛੱਤਰ, ਜਿਵੇਂ 27 ਨਛੱਤਰ ਹੈ, ਗ੍ਰਹਿ ਆ, ਉਹਨਾਂ ਨੂੰ ਵਰਭੰਡ ਕਹਿੰਦੇ ਆ। ਸੋ ਇਸ ਤਰ੍ਹਾਂ ਦੇ ਨਾਲ ਇਸ ਪੰਕਤੀ ਦਾ ਅਰਥ ਹੈ ਕਿ ਸਾਰੀਆਂ ਧਰਤੀਆਂ ਤੇ ਉਹਨਾਂ ਦੇ ਰਾਜੇ ਜੋ ਤੇਰੇ ਬਣਾਏ ਹੋਏ ਹਨ ਉਹ ਵੀ ਤੈਨੂੰ ਗਾਉਂਦੇ ਹਨ। ਬ੍ਰਹਿਮੰਡ ਦੇ ਚੰਦ ਤਾਰੇ, ਸੂਰਜ ਆਦਿ ਸਾਰਾ ਬ੍ਰਹਿਮੰਡ ਵੀ ਤੈਨੂੰ ਗਾਉਂਦਾ ਹੈ। ਸਈ ਤੁਧਨੋਂ ਗਾਵੇ ਜੋ ਤੁਧ ਭਾਵਨ, ਰਤੇ ਤੇਰੇ ਭਗਤ ਰਸਾਲੇ। ਗਾਵੇ ਤੇ ਵਿਸ਼ਰਾਮ ਆਊਗਾ, ਭਾਵਨ ਤੇ ਵਿਸ਼ਰਾਮ ਆਊ, 2 ਵਿਸ਼ਰਾਮ ਹੈ ਇਹਦੇ ਵਿੱਚ। ਸਈ ਤੁਧਨੋਂ ਗਾਵੇ ਜੋ ਤੁਧ ਭਾਵਨ, ਸਈ ਤੁਧਨੋਂ ਗਾਵੇ ਵਿਸ਼ਰਾਮ, ਜੋ ਤੁਧ ਭਾਵਨ ਵਿਸ਼ਰਾਮ, ਰਤੇ ਤੇਰੇ ਭਗਤ ਰਸਾਲੇ। ਇਹਦਾ ਉਚਾਰਨ ਠੀਕ ਹੈ। ਸੋ ਇਸ ਤਰ੍ਹਾਂ ਇਸ ਪੰਕਤੀ ਦਾ ਅਰਥ ਬਣਦਾ, ਤੈਨੂੰ ਉਹ ਹੀ ਗਾਉਂਦੇ ਹਨ ਜੋ ਤੈਨੂੰ ਚੰਗੇ ਲੱਗਦੇ ਹਨ। ਸਈ ਤੁਧਨੋਂ ਗਾਵੇ, ਤੁਧਨੋਂ ਮਤਲਬ ਉਹ, ਸਈ ਮਤਲਬ ਉਹ, ਤੁਧਨੋਂ ਮਤਲਬ ਤੈਨੂੰ, ਗਾਵੇ ਮਤਲਬ ਗਾਉਣਾ। ਤੈਨੂੰ ਉਹ ਹੀ ਗਾਉਂਦੇ ਹਨ ਜੋ ਤੁਧ ਭਾਵਨ, ਜੋ ਮਤਲਬ ਜੋ, ਤੁਧ ਮਤਲਬ ਤੈਨੂੰ, ਭਾਵਨ ਮਤਲਬ ਚੰਗੇ ਲੱਗਣਾ, ਜੋ ਤੈਨੂੰ ਭਾਉਂਦੇ ਹਨ। ਕਿਹੜੇ ਤੈਨੂੰ ਭਾਉਂਦੇ ਹਨ? ਰੱਤੇ ਤੇਰੇ ਭਗਤ ਰਸਾਲੇ, ਸੰਤ ਪੁਰਸ਼ ਜੋ ਤੇਰੀ ਬੰਦਗੀ ਵਿੱਚ ਰਸ ਲੈਂਦੇ ਹਨ, ਉਹ ਤੈਨੂੰ ਬਹੁਤ ਚੰਗੇ ਲੱਗਦੇ ਹਨ। ਤੂੰ ਫਿਰ ਉਹਨਾਂ ਨੂੰ ਨਾਮ ਦੀਆਂ ਵਡਿਆਈਆਂ ਹੋਰ ਦੇ ਦਿੰਦਾ। ਠੀਕ ਹੈ। ਇੱਥੇ ਥੋੜਾ ਜਿਹਾ ਕੀ ਕਹਿੰਦੇ ਹੁੰਦੇ ਆ ਉਸਨੂੰ, ਕਮੈਂਟ ਨਹੀਂ ਕਰਨਾ ਅਸੀਂ ਵੀ ਹਾਂਜੀ ਉਹ ਜਿਹੜੇ ਚੰਗੇ ਲੱਗਦੇ ਉਹਨਾਂ ਨੂੰ ਨਾਮ ਜਪਾਉਂਦਾ, ਫਿਰ ਅਸੀਂ ਕਿਹੜਾ ਉਹਨੂੰ ਚੰਗੇ ਲੱਗਦੇ, ਸਾਨੂੰ ਨਾਮ ਜਪਣ ਦਾ ਕੀ ਫਾਇਦਾ। ਨਹੀਂ, ਵਾਹਿਗੁਰੂ ਨੇ ਮੌਕਾ ਸਾਰਿਆਂ ਨੂੰ ਦਿੱਤਾ ਹੋਇਆ, ਪਰ ਅਸੀਂ ਜਪਦੇ ਨਹੀਂ ਆ। ਜੇ ਜਪਾਂਗੇ ਤਾਂ ਉਹਨੂੰ ਚੰਗੇ ਲੱਗਾਂਗੇ, ਜਦੋਂ ਜਪਦੇ ਨਹੀਂ ਫਿਰ ਅਸੀਂ ਉਹਨੂੰ ਚੰਗੇ ਕੀ ਲੱਗਣਾ। ਜਦੋਂ ਨਾਮ ਜਪਾਂਗੇ ਚੰਗੇ ਲੱਗਾਂਗੇ ਤੇ ਫਿਰ ਸਾਨੂੰ ਹੋਰ ਦਾਤਾਂ ਦੇਊਗਾ, ਹੈ ਨਾ। ਜਦੋਂ ਅਸੀਂ ਆਪਣੇ ਅਫਸਰ ਨੂੰ, ਆਪਣੇ ਬੌਸ ਨੂੰ, ਆਪਣੇ ਸੀਨੀਅਰ ਨੂੰ ਚੰਗੇ ਲੱਗਣ ਲੱਗ ਜਾਂਦੇ, ਫਿਰ ਉਹ ਸਾਨੂੰ ਹੋਰ ਅੱਗੇ ਸਾਡੀ ਸੈਲਰੀ ਵਧਾਉਂਦਾ ਜਾਂਦਾ, ਸਾਨੂੰ ਹੋਰ ਵੀ ਗਿਫਟਸ ਵਗੈਰਾ ਦਿੰਦਾ ਰਹਿੰਦਾ। ਸੋ ਇਸ ਤਰ੍ਹਾਂ ਵਾਹਿਗੁਰੂ ਨੂੰ ਜੋ ਚੰਗੇ ਲੱਗਦੇ ਹਨ
ਉਹ ਹੀ ਉਹਨੂੰ ਗਾਉਂਦੇ ਹਨ। ਸੰਤ ਪੁਰਸ਼ ਬੰਦਗੀ ਵਾਲੇ ਜੋ ਰਸ ਵਿੱਚ ਲੀਨ ਰਹਿੰਦੇ, ਵਾਹਿਗੁਰੂ ਉਹਨਾਂ ਨੂੰ ਹੋਰ ਬੰਦਗੀ ਬਖਸ਼ਦਾ ਹੈ। ਸੋ ਇਸ ਤਰ੍ਹਾਂ ਹੋਰ ਕੀਤੇ ਗਾਵਨ ਸੇ ਮੈਂ ਚਿਤ ਨ ਆਵਨ, ਨਾਨਕ ਕਿਆ ਵਿਚਾਰੇ। ਇੱਥੇ ਦੋ ਵਿਸ਼ਰਾਮ ਹੈ। ਹੋਰ ਕੀਤੇ ਗਾਵਨ ਵਿਸ਼ਰਾਮ, ਸੇ ਮੈਂ ਚਿਤ ਨ ਆਵਨ ਵਿਸ਼ਰਾਮ, ਨਾਨਕ ਕਿਆ ਵਿਚਾਰੇ। ਇਹ ਛੋਟੇ ਛੋਟੇ ਵਿਸ਼ਰਾਮ ਦਾ ਮਤਲਬ ਥੋੜਾ ਥੋੜਾ ਰੁਕਣਾ ਹੁੰਦਾ। ਇਸ ਤਰ੍ਹਾਂ ਹੋਰ ਕੀਤੇ ਗਾਵਨ ਸੇ ਮੈਂ ਚਿਤ ਨ ਆਵਨ, ਨਾਨਕ ਕਿਆ ਵਿਚਾਰੇ। ਇਸ ਤਰ੍ਹਾਂ ਹੈ ਨਾ, ਇਸ ਤਰ੍ਹਾਂ ਜ਼ਿਆਦਾ ਰੁਕਣ ਵਾਸਤੇ ਨਹੀਂ ਕਹਿੰਦੇ। ਵਿਸ਼ਰਾਮ ਮੀਨਸ ਸਟਾਪ, ਥੋੜਾ ਜਿਹਾ ਪੌਜ਼ ਹੋਣਾ ਆਪਾਂ। ਸੋ ਇੱਥੇ ਉਚਾਰਨ ਠੀਕ ਹੈ, ਬਟ ਵਿਚਾਰੇ ਬੋਲਣਾ। ਵਾਵੇ ਨੂੰ ਵਿਹਾਰੀ ਵੀ ਚੱਚੇ ਕੰਨਾ ਚਾਰ ਆਰੇ ਲਾਵਾਂ ਰੇ, ਵਿਚਾਰੇ ਡਬਲ ਈ ਸਾਉਣ ਦੇਣੀ ਹੈ। ਇਹਦਾ ਅਰਥ ਹੈ ਹੋਰ ਬਹੁਤ ਸਾਰੇ ਤੈਨੂੰ ਗਾਉਂਦੇ ਹਨ। ਹੋਰ ਕੀਤੇ ਗਾਵਨ, ਹੋਰ ਬਹੁਤ ਸਾਰੇ ਤੈਨੂੰ ਗਾਉਂਦੇ ਹਨ। ਸੇ ਮੈਂ ਚਿਤ ਨ ਆਵਨ, ਜਿਨ੍ਹਾਂ ਦਾ ਨਾਮ ਮੈਨੂੰ ਯਾਦ ਨਹੀਂ ਆਉਂਦਾ। ਨਾਨਕ ਕਿਆ ਵਿਚਾਰੇ, ਮਤਲਬ ਉਹਨਾਂ ਸਾਰਿਆਂ ਦੀ ਮੈਂ ਕਿਵੇਂ ਵਿਚਾਰ ਕਰ ਸਕਦਾ ਹਾਂ। ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ। ਸਾਹਿਬ ਤੇ ਵਿਸ਼ਰਾਮ ਆਊਗਾ। ਸੋਈ ਸੋਈ ਸਦਾ ਸੱਚ ਸਾਹਿਬ ਵਿਸ਼ਰਾਮ, ਸਾਚਾ ਸਾਚੀ ਨਾਈ। ਉਚਾਰਨ ਸਹੀ ਆ। ਸੋ ਇਸ ਦਾ ਅਰਥ ਹੈ ਉਹ ਵਾਹਿਗੁਰੂ ਸਦਾ ਹੀ ਸੱਚਾ ਮਾਲਕ ਹੈ, ਉਹ ਸੱਤ ਹੈ ਅਤੇ ਉਸ ਦਾ ਨਾਮ ਵੀ ਸੱਤ ਹੈ। ਸੋਈ ਸੋਈ ਉਹ ਸਦਾ ਮਤਲਬ ਸਦਾ ਹੀ, ਸੱਚ ਮਤਲਬ ਸੱਚਾ, ਸਾਹਿਬ ਮਤਲਬ ਮਾਲਕ, ਸਾਚਾ ਮਤਲਬ ਫਿਰ ਸੱਤ, ਸਾਚੀ ਮਤਲਬ ਉਸ ਦੀ ਵਡਿਆਈ, ਉਹਦੇ ਨਾਮ ਦੀ ਵਡਿਆਈ ਵੀ ਸੱਚੀ ਹੈ, ਉਹ ਆਪ ਵੀ ਸੱਚਾ ਹੈ। ਸੋ ਇਸ ਤਰ੍ਹਾਂ ਉਹ ਸੱਚਾ ਮਾਲਕ ਹੈ ਭੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ। ਦੋ ਵਿਸ਼ਰਾਮ, ਹੈ ਭੀ ਹੋਸੀ ਵਿਸ਼ਰਾਮ, ਜਾਏ ਨਾ ਜਾਸੀ ਵਿਸ਼ਰਾਮ, ਰਚਨਾ ਜਿਨ ਰਚਾਈ। ਇਸ ਤਰ੍ਹਾਂ ਉਚਾਰਨ ਠੀਕ ਹੈ। ਵਿਸ਼ਰਾਮ ਦੋ ਲੱਗਣੇ, ਥੋੜਾ ਥੋੜਾ ਰੁਕਣਾ ਹੁੰਦਾ। ਹੈ ਭੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ। ਇਸ ਤਰ੍ਹਾਂ ਇਸ ਦਾ ਅਰਥ ਹੈ ਉਹ ਵਾਹਿਗੁਰੂ ਹੁਣ ਵੀ ਸੱਚ ਹੈ, ਅੱਗੇ ਤੋਂ ਵੀ ਸੱਚਾ ਹੋਵੇਗਾ, ਉਹ ਕਦੇ ਵੀ ਨਹੀਂ ਜਾਏਗਾ, ਭਾਵੇਂ ਸਭ ਸ੍ਰਿਸ਼ਟੀ ਅਲੋਪ ਹੋ ਜਾਏ। ਪਰ ਜਿਸਨੇ ਰਚੀ ਹੈ ਉਹ ਹਮੇਸ਼ਾ ਹੀ ਰਹੂਗਾ। ਰੰਗੀ ਰੰਗੀ ਭਾਤੀ ਕਰ ਕਰ ਜਿਨਸੀ, ਮਾਇਆ ਜਿਨ ਉਪਾਈ। ਸੋ ਇਸ ਤਰ੍ਹਾਂ ਇੱਥੇ ਦੋ ਵਿਸ਼ਰਾਮ ਹੈ, ਭਾਤੀ ਦੇ ਉੱਪਰ ਵਿਸ਼ਰਾਮ ਹੈ ਤੇ ਜਿਨਸੀ ਦੇ ਉੱਪਰ ਵਿਸ਼ਰਾਮ ਹੈ। ਰੰਗੀ ਰੰਗੀ ਭਾਤੀ ਵਿਸ਼ਰਾਮ, ਕਰ ਕਰ ਜਿਨਸੀ ਵਿਸ਼ਰਾਮ, ਮਾਇਆ ਜਿਨ ਉਪਾਈ। ਇਸ ਤਰ੍ਹਾਂ ਅਸੀਂ ਕਈ ਵਾਰੀ ਪੜ੍ਹਨ ਲੱਗੇ ਇਸ ਨੂੰ ਬੋਲਦੇ ਹਾਂ ਕਿ ਕਰ ਕਰ ਜਿਨਸੀ ਮਾਇਆ ਜਿਨੋ ਪਾਈ। ਜਿਨਸੀ ਦੇ ਉੱਪਰ ਵਿਸ਼ਰਾਮ ਕਰਨਾ, ਮਾਇਆ ਜਿਨੋ ਪਾਈ ਕਰਕੇ ਵੱਖਰਾ ਬੋਲਣਾ। ਸੋ ਇੱਥੇ ਹੁਣ ਕਈ ਵਾਰੀ ਅਸੀਂ ਕਹਿੰਦੇ ਹਾਂ ਵੀ ਭਾਂਤੀ ਬੋਲਣਾ ਚਾਹੀਦਾ। ਭਾਂਤੀ ਠੀਕ ਹੈ, ਭਾਂਤੀ ਦਾ ਅਰਥ, ਭਾਤੀ ਦਾ ਅਰਥ ਬਣੂ ਭਾਂਤ, ਕਈ ਪ੍ਰਕਾਰ ਦੇ, ਕਈ ਕੈਟਾਗਰੀ ਦੇ, ਕਈ ਤਰੀਕਿਆਂ ਦੇ, ਹਨਾ। ਪਰ ਜੇ ਭਾਤੀ ਲਿਖਿਆ ਤਾਂ ਅਸੀਂ ਬਿੰਦੀ ਆਪਦੇ ਕੋਲੋਂ ਕਿਉਂ ਲਾਵਾਂਗੇ? ਜੇ ਬਿੰਦੀ ਲਾਉਣੀ ਹੁੰਦੀ ਕਰ ਸ਼ਾਂਤ ਸੁਖ ਮਨ ਆਏ ਵਸਿਆ, ਫਿਰ ਸ਼ਾਂਤ ਦੇ ਉੱਤੇ ਬਿੰਦੀ ਲੱਗੀ ਹੋਈ ਹੈ ਨਾ ਆਨੰਦ ਸਾਹਿਬ ਦੇ ਵਿੱਚ, ਤੇ ਭਾਂਤੀ ਤੇ ਕਿਉਂ ਨਹੀਂ ਲਾਈ ਫਿਰ ਗੁਰੂ ਜੀ ਨੇ? ਨਹੀਂ, ਭਾਤੀ ਬੋਲਾਂਗੇ ਬਟ ਉਹਦਾ ਜਿਹੜਾ ਅਰਥ ਹੈ ਉਹ ਭਾਂਤੀ ਬਣੂਗਾ, ਬਟ ਬੋਲਣਾ ਭਾਤੀ ਹੈ। ਜੋ ਵੀ ਗੁਰਬਾਣੀ ਦੇ ਅੱਖਰ ਲਿਖਿਆ ਆਪਦੇ ਕੋਲੋਂ ਕੋਈ ਬਿੰਦੀ ਨਹੀਂ ਲਾਉਣੀ ਚਾਹੀਦੀ। ਸੋ ਇਸ ਤਰ੍ਹਾਂ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ, ਮਾਇਆ ਜਿਨ ਉਪਾਈ। ਇਸ ਦਾ ਅਰਥ ਹੈ ਕਿ ਰੰਗੀ ਰੰਗੀ ਭਾਤੀ, ਜਦ ਵਾਹਿਗੁਰੂ ਨੇ ਕਈ ਤਰੀਕਿਆਂ ਨਾਲ ਦੁਨੀਆ ਦੀ ਰਚਨਾ ਕੀਤੀ ਤਾਂ ਕਈ ਰੰਗਾਂ ਤੇ ਕਈ ਜਿਨਸਾਂ ਭਾਵ ਨਸਲਾਂ ਦੇ, ਜਾਤੀਆਂ ਦੇ ਜੀਵ ਬਣਾਏ। ਰੰਗੀ ਰੰਗੀ ਭਾਤੀ, ਕਈ ਤਰੀਕਿਆਂ ਦੇ, ਕਈ ਨਸਲਾਂ ਦੇ, ਕਈ ਜਾਤਾਂ ਦੇ, ਕਈ ਤਰ੍ਹਾਂ ਦੇ ਜੀਵ ਬਣਾਏ। ਫਿਰ ਉਹਨਾਂ ਵਿੱਚ ਐਸੇ ਤਰੀਕੇ ਨਾਲ ਮਾਇਆ ਟਿਕਾ ਦਿੱਤੀ ਕਿ ਜੀਵ ਨੂੰ ਪਤਾ ਹੀ ਨਹੀਂ ਲੱਗਦਾ। ਮਾਇਆ ਜਿਹਨੂੰ ਪਾਏ, ਮਾਇਆ ਜਿਹਨੂੰ ਪਾਈ ਮਤਲਬ ਗਿਆ ਕਿ ਉਪਾਈ ਮਤਲਬ ਰੱਖਣਾ, ਟਿਕਾ ਦੇਣਾ। ਵਾਹਿਗੁਰੂ ਨੇ ਇਸ ਤਰੀਕੇ ਨਾਲ ਮਾਇਆ ਜੀਵ ਦੇ ਅੰਦਰ ਟਿਕਾ ਦਿੱਤੀ ਕਿ ਜੀਵ ਨੂੰ ਪਤਾ ਹੀ ਨਹੀਂ ਲੱਗਦਾ ਸਹੀ ਕੀ ਹੈ ਤੇ ਗਲਤ ਕੀ ਹੈ। ਸਾਰੇ ਲੋਕ ਉਸ ਨੂੰ ਮੂਰਖ ਹੀ ਨਜ਼ਰ ਆਉਂਦੇ ਹਨ ਅਤੇ ਉਹ ਆਪਣੇ ਆਪ ਨੂੰ ਸਾਰਿਆਂ ਤੋਂ ਸਿਆਣਾ ਸਮਝਦਾ ਹੈ। ਇਸ ਤਰ੍ਹਾਂ ਦੇ ਨਾਲ ਜਦੋਂ ਪਰਮਾਤਮਾ ਨੇ ਸ੍ਰਿਸ਼ਟੀ ਬਣਾਈ, ਕਈ ਤਰ੍ਹਾਂ ਦੇ ਜੀਵ ਜੰਤੂ ਬਣਾਏ, ਕਈ ਤਰ੍ਹਾਂ ਦੀਆਂ ਜਿਨਸਾਂ ਪੈਦਾ ਕੀਤੀਆਂ। ਜਿਨਸਾਂ ਮੀਨਸ ਵਸਤੂਆਂ ਖਾਣ ਪੀਣ ਵਾਲੀਆਂ, ਉਹਨੂੰ ਜਿਨਸ ਕਹਿੰਦੇ ਆ।
ਤਾਂ ਫਿਰ ਜਿਨਸ ਮਤਲਬ ਅਸੀਂ ਕੈਟਾਗਰੀ ਜੇ ਮਨੁੱਖ ਦੀ ਵੀ ਕੈਟਾਗਰੀ ਕਹਿ ਸਕਦੇ ਹਾਂ। ਇਸ ਤਰ੍ਹਾਂ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ, ਦੋ ਵਿਸ਼ਰਾਮ ਆਉਂਦੇ ਇੱਥੇ। ਕਰ ਕਰ ਵੇਖੈ ਵਿਸ਼ਰਾਮ, ਕੀਤਾ ਆਪਣਾ ਵਿਸ਼ਰਾਮ, ਜਿਵ ਤਿਸ ਦੀ ਵਡਿਆਈ। ਵਿਸ਼ਰਾਮ ਮੀਨਸ ਥੋੜਾ ਥੋੜਾ ਰੁਕਣਾ, ਜ਼ਿਆਦਾ ਨਹੀਂ। ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ। ਇਸ ਤਰ੍ਹਾਂ ਉਚਾਰਨੇ ਦਾ ਠੀਕ ਹੈ। ਜਿਸ ਤਰ੍ਹਾਂ ਵਾਹਿਗੁਰੂ ਨੂੰ ਚੰਗਾ ਲੱਗਦਾ ਹੈ ਉਸੇ ਤਰ੍ਹਾਂ ਆਪਣੇ ਕੀਤੇ ਕੰਮਾਂ ਨੂੰ ਆਪ ਹੀ ਕਰਕੇ ਦੇਖਦਾ ਹੈ। ਜਿਵੇਂ ਉਸ ਦੀ ਮਰਜ਼ੀ ਹੁੰਦੀ ਆ ਉਵੇਂ ਦੇਖੀ ਜਾਂਦਾ, ਜਿਵੇਂ ਉਸ ਦੀ ਮਰਜ਼ੀ ਉਵੇਂ ਉਹ ਕਰੀ ਜਾਂਦਾ। ਉਹ ਜੀਵਾਂ ਨੂੰ ਆਪਣੇ ਐਂਗਲ ਦੇ ਨਾਲ ਦੇਖਦਾ ਹੈ। ਜੋ ਤਿਸ ਭਾਵੈ ਸੋਈ ਕਰਸੀ, ਹੁਕਮ ਨ ਕਰਨਾ ਜਾਈ। ਇੱਕੋ ਹੀ ਵਿਸ਼ਰਾਮ ਆਊਗਾ ਕਰਸੀ ਦੇ ਉੱਪਰ। ਜੋ ਤਿਸ ਭਾਵੈ ਸੋਈ ਕਰਸੀ ਵਿਸ਼ਰਾਮ, ਹੁਕਮ ਨ ਕਰਨਾ ਜਾਈ। ਇਸ ਦਾ ਅਰਥ ਹੈ ਜਿਵੇਂ ਵਾਹਿਗੁਰੂ ਨੂੰ ਚੰਗਾ ਲੱਗਦਾ ਹੈ ਉਹ ਉਸੇ ਤਰ੍ਹਾਂ ਹੀ ਕਰਦਾ ਹੈ, ਉਸ ਨੂੰ ਕੋਈ ਹੁਕਮ ਨਹੀਂ ਕਰ ਸਕਦਾ ਕਿ ਤੂੰ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਕਰ। ਜੋ ਤਿਸ ਭਾਵੈ ਸੋਈ ਕਰਸੀ, ਜਿਵੇਂ ਉਹਨੂੰ ਚੰਗਾ ਲੱਗਦਾ ਉਵੇਂ ਕਰਦਾ। ਹੁਕਮ ਨਾ ਕਰਨਾ ਜਾਈ ਮਤਲਬ ਉਹਨੂੰ ਕੋਈ ਹੁਕਮ ਨਹੀਂ ਦੇ ਸਕਦਾ ਕਿ ਤੂੰ ਐ ਨਹੀਂ ਐ ਕਰ। ਓਕੇ ਦੈਨ ਸੋ ਪਾਤ ਸਾਹੋ ਸਾਹਾ ਪਾਤ ਸਾਹਿਬ, ਨਾਨਕ ਰਹਿਣ ਰਜਾਈ। ਪਾਤ ਸਾਹਿਬ ਦੇ ਉੱਤੇ ਵਿਸ਼ਰਾਮ ਆਊਗਾ। ਸੋ ਪਾਤ ਸਾਹੋ ਸਾਹਾ ਪਾਤ ਸਾਹਿਬ ਵਿਸ਼ਰਾਮ, ਨਾਨਕ ਰਹਿਣ ਰਜਾਈ। ਇਸ ਤਰ੍ਹਾਂ ਓਕੇ। ਸੋ ਇਹਦਾ ਉਚਾਰਨ ਤਕਰੀਬਨ ਠੀਕ ਹੈ। ਤੋ ਇੱਥੇ ਅਸੀਂ ਥੋੜਾ ਜਿਹਾ ਰਜਾਈ ਨਹੀਂ ਬੋਲਣਾ, ਰਜਾਈ ਜ਼ੈਡ ਦੀ ਸਾਊਂਡ ਦੇਣੀ ਆਪਾਂ, ਰਜਾਈ। ਨਾਨਕ ਰਹਿਣ ਰਜਾਈ ਹੈ ਨਾ। ਜਿਹੜੀ ਰਜਾਈ ਹੁੰਦੀ ਆ ਉੱਪਰ ਲੈਣ ਵਾਲਾ ਕੱਪੜਾ, ਰਜਾਈ ਰੂੰ ਦੀ ਬਣੀ ਹੋਈ ਸਰਦੀਆਂ 'ਚ ਜੋ ਲੈਣੇ ਠੰਡ ਤੋਂ, ਤੇ ਰਜਾਈ ਦਾ ਮਤਲਬ ਹੋ ਗਿਆ ਜ਼ੈਡ ਸਾਊਂਡ ਕਰਕੇ। ਤਾਂ ਇਸ ਦਾ ਜ਼ੈਡ ਵਾਂਗੂ ਸਾਊਂਡ ਕਰਨਾ ਰਜਾਈ, ਯਾਨੀ ਕਿ ਰਜਾ ਹੁਕਮ ਪਾਣਾ। ਓਕੇ ਇਸ ਤਰ੍ਹਾਂ। ਤਾਂ ਗੁਰੂ ਜੀ ਕਹਿੰਦੇ ਹਨ ਉਹ ਵਾਹਿਗੁਰੂ ਰਾਜਿਆਂ ਦਾ ਰਾਜਾ ਹੈ। ਸੋ ਪਾਤ ਸਾਹੋ ਰਾਜਿਆਂ ਦਾ ਰਾਜਾ ਹੈ, ਸਾਹਾ ਪਾਤ ਸਾਹਿਬ ਮਹਾਰਾਜਿਆਂ ਦਾ ਮਹਾਰਾਜਾ ਹੈ। ਇਸ ਵਾਸਤੇ ਨਾਨਕ ਰਹਿਣ ਰਜਾਈ ਮਤਲਬ ਇਸ ਵਾਸਤੇ ਨਾਨਕ ਸਦਾ ਹੀ ਉਸ ਦੀ ਰਜਾ ਅਤੇ ਤਾਬੇਦਾਰੀ ਵਿੱਚ ਰਹਿੰਦਾ ਹੈ। ਇੱਥੋਂ ਤੱਕ ਆਪਾਂ ਜਪਜੀ ਸਾਹਿਬ ਜੀ ਦੀ ਪਾਵਨ ਪੌੜੀ ਦੀਆਂ 27 ਪੌੜੀਆਂ ਦੇ ਅਰਥ ਉਚਾਰਨ ਤੇ ਵਿਸ਼ਰਾਮ ਸਰਵਣ ਕੀਤੇ। ਹੁਣ ਆਪਾਂ 27ਵੀਂ ਪੌੜੀ ਦੇ ਅਰਥ ਉਚਾਰਨ ਵਿਸ਼ਰਾਮ ਵਿਦ ਐਗਜ਼ਾਮਪਲ ਸਰਵਣ ਕੀਤੇ ਆ। ਹੁਣ ਤੱਕ 27 ਪੌੜੀਜ਼ ਹੋ ਗਈਆਂ। ਇਸ ਤੋਂ ਅਗਲੀਆਂ ਪੌੜੀਆਂ ਦੀ ਜੋ ਵਿਚਾਰ ਹੈ ਉਹ ਆਪਾਂ ਅਗਲੇ ਪਾਰਟ ਦੇ ਵਿੱਚ ਸਰਵਣ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।